ਕੋਆਰਡੀਨੇਟਰ ਇੰਟਰਨੈਸ਼ਨਲ ਸ਼ਲੋਕ ਟੀਵੀ ਇੰਡੀਆ ਪੰਜਾਬ। ਮੇਰੇ ਵੱਲੋਂ ਸਾਰੇ ਜਿੰਨੇ ਅਸੀਂ ਸ਼ਲੋਕ ਟੀਵੀ ਦੁਆਰਾ, ਫੇਸਬੁੱਕ ਦੁਆਰਾ, YouTube ਦੁਆਰਾ ਵਾਚ ਰਹੇ ਹਾਂ, ਉਹਨਾਂ ਸਾਰਿਆਂ ਨੂੰ ਜੈ ਮਸੀਹ ਦੀ, ਪ੍ਰੀਜ਼ ਦਾ ਲਾਰਡ। ਖੁਦਾ ਨੇ ਇੱਕ ਵਾਰੀ ਫੇਰ ਮੌਕਾ ਦਿੱਤਾ ਕਿ ਅਸੀਂ ਖੁਦਾ ਦੇ ਚਰਨਾਂ ਵਿੱਚ ਆਏ ਹਾਂ, ਔਰ ਖੁਦਾ ਦੇ ਕਲਾਮ 'ਚ ਲਿਖਿਆ, ਮੈਂ ਖੁਸ਼ ਹੋਇਆ ਜਦੋਂ ਮੈਨੂੰ ਆਖਣ ਲੱਗੇ ਕਿ ਆਓ ਯਹੋਵਾ ਦੇ ਘਰ ਚੱਲੀਏ। ਜਿਹੜੇ ਅਸੀਂ ਇਸ ਮੀਟਿੰਗ ਦੇ ਵਿੱਚ ਆ ਕੇ ਯਹੋਵਾ ਦੇ ਘਰ ਵਿੱਚ ਆ ਕੇ ਖੁਸ਼ ਹਾਂ, ਫਿਰ ਆਪਣੀ ਖੁਸ਼ੀ ਦਾ ਇਜ਼ਹਾਰ ਕਰੀਏ, ਕਲੈਪਿੰਗ ਕਰੀਏ, ਖੁਦਾ ਦੇ ਨਾਮ ਨੂੰ ਜਲਾਲ ਦਈਏ। ਸਾਰਿਆਂ ਦਾ, ਅਸੀਂ ਸਾਰਿਆਂ ਨੇ ਖੁਦਾ ਦੇ ਨਾਮ ਨੂੰ ਜਲਾਲ ਦਿੱਤਾ, ਫਿਰ ਖੁਦਾ ਦੇ ਨਾਮ ਦੀ। ਅੱਜ ਮੈਂ ਇਹ ਚਾਹਾਂਗਾ ਕਿ ਅੱਜ ਆਪਾਂ ਸਾਰੇ ਹੈ ਨਾ ਇੱਕ ਕੋਈ ਖਾਸ ਗੱਲ ਸਿੱਖਣ ਨੂੰ ਆ, ਤੇ ਅਸੀਂ ਆਪਣੇ ਆਪਣੇ ਕੈਮਰੇ ਔਨ ਕਰਾਂਗੇ, ਕੈਮਰੇ ਖੋਲ ਕੇ ਰੱਖਾਂਗੇ। ਮੇਰੀ ਰਿਕੁਐਸਟ ਹੈ ਤੁਹਾਡੇ ਸਾਰਿਆਂ ਲਈ, ਔਰ ਆਪਣੇ ਆਪਣੇ ਹੈਂਡ ਟਰੇਸ ਕਰਕੇ ਰੱਖਿਓ, ਕਿਉਂਕਿ ਜਿਹਦਾ ਹੈਂਡ ਟਰੇਸ ਹੋਣਾ ਉਹ ਮੈਨੂੰ ਸਾਹਮਣੇ ਸਕਰੀਨ ਤੇ ਦਿਖਦਾ ਹੀ ਰਹਿਣਾ। ਭਾਈ ਮੇਰੇ ਨਾਲ ਜਿੱਦਾਂ ਸਾਡੀ ਬੇਟੀ ਮੁਕੱਦਸ ਜੁੜੇ ਨੇ, ਉਹ ਸਾਡੇ ਸਾਹਮਣੇ ਨੇ, ਪਾਸਟਰ ਤਰਸੇਮ ਸਾਹਿਬ, ਸਿਸਟਰ ਨਜਮਾ ਉਹ ਸਾਡੇ ਸਾਹਮਣੇ ਵਾਚ ਰਹੇ ਨੇ। ਉਹ ਕਿਆ ਬਾਤ ਆ। ਪਾਸਟਰ ਸ਼ਿਵਾਨ ਸਾਹਿਬ ਨੇ ਵੀ ਆਪਣੇ ਕੈਮਰੇ ਨੂੰ ਤਕਲੀਫ ਦਿੱਤੀ ਆ, ਔਨ ਕੀਤਾ। ਕੋਈ ਨਹੀਂ, ਇਹਦਾ ਬਿੱਲ ਨਹੀਂ ਆਉਣਾ, ਐਕਸਟਰਾ ਬਿੱਲ ਨਹੀਂ ਆਉਣਾ ਜੇ ਆਪਾਂ ਔਨ ਕਰਦੇ ਆ, ਇਹਦਾ ਕੋਈ ਪ੍ਰੋਬਲਮ ਨਹੀਂ। ਔਰ ਮੇਰੇ ਅਜੀਜ਼ੋ, ਸੱਚਮੁੱਚ ਅੱਜ ਜਦੋਂ ਆਪਾਂ ਸਾਰਿਆਂ ਨੇ ਜਿੰਨੇ ਵੀ ਜਾਣਨਾ ਸੀ, ਸਾਰਿਆਂ ਨੇ ਅੱਜ ਦਾ ਜਿਹਨੇ ਪੋਸਟਰ ਦੇਖਿਆ ਸਾਰਿਆਂ ਨੇ, ਮੈਨੂੰ ਲੱਗਦਾ ਸਾਰਿਆਂ ਨੇ ਦੇਖਿਆ। ਬੇਟੀ ਮੁਕੱਦਸ ਦਾ ਮੈਂ ਧੰਨਵਾਦ ਕਰਦਾ। ਬੇਟੀ ਮੁਕੱਦਸ ਨੇ ਡਾਇਰੈਕਟ ਆਪਾਂ ਨੂੰ ਉਹਦੀਆਂ ਮੁਬਾਰਕਾਂ ਦਿੱਤੀਆਂ ਰਕਸ਼ਾ ਬੰਧਨ ਦੀਆਂ, ਕਿਉਂਕਿ ਇੰਡੀਆ ਦੇ ਵਿੱਚ ਸਭ ਤੋਂ ਜਿਹੜਾ ਪਵਿੱਤਰ ਤਿਉਹਾਰ ਆ ਉਹ ਰਕਸ਼ਾ ਬੰਧਨ ਦਾ। ਕਿਉਂਕਿ ਇੰਡੀਆ ਦੇ ਵਿੱਚ ਕੁਝ ਗੱਲਾਂ ਖਾਸ ਨੇ, ਜਿੱਦਾਂ ਈਦ ਆ ਜਾਵੇ, ਬਕਰੀਦ ਆ ਜਾਵੇ, ਦੀਵਾਲੀ ਆ ਜਾਵੇ, ਦੁਸਹਿਰਾ ਆ ਜਾਵੇ, ਏਦਾਂ ਦੇ ਜਿਹੜੇ ਮਰਜ਼ੀ ਪਰਵ ਆ ਜਾਣ, ਸਾਰੇ ਲੋਕ ਖੁਸ਼ੀ 'ਚ ਦਾਰੂ ਪੀ ਕੇ ਮਨਾਉਂਦੇ, ਬਿਸਕੀ ਪੀਂਦੇ ਨੇ, ਇੰਜੋਏ ਕਰਦੇ ਨੇ, ਬਹੁਤ ਸਾਰੇ ਕੰਮ ਕਰਦੇ ਨੇ। ਸਿਰਫ ਔਰ ਸਿਰਫ ਇੱਕ ਇਹ ਤਿਉਹਾਰ ਹੈ ਜਿਹਨੂੰ ਇੰਡੀਆ 'ਚ ਪਵਿੱਤਰ ਕਹਿੰਦੇ ਨੇ, ਜਿਹਨੂੰ ਅਸੀਂ ਰਕਸ਼ਾ ਬੰਧਨ ਕਹਿੰਦੇ ਹਾਂ। ਔਰ ਜਦੋਂ ਅਸੀਂ ਪ੍ਰਭੂ ਯਿਸੂ ਮਸੀਹ 'ਚ ਨਹੀਂ ਸੀ, ਮੈਂ ਇੱਕ ਦਿਨ ਤਰਸੇਮ ਸਾਹਿਬ ਨਾਲ ਗੱਲ ਕਰਦਾ ਸੀਗਾ ਵੀ ਕਦੇ ਸਾਨੂੰ ਵੀ ਥੋੜੀ ਜਿਹੀ ਸ਼ਾਇਰੀ ਦਾ ਉਹ ਕੀੜਾ ਜਲਾਉਂਦਾ ਸੀਗਾ, ਔਰ ਉਹਦੇ ਵਿੱਚੋਂ ਮੈਂ ਥੋੜਾ ਜਿਹਾ ਅੱਜ ਮੈਂ ਤੁਹਾਨੂੰ ਦੱਸਦਾ, ਕਿਉਂਕਿ ਮੈਨੂੰ ਤਰਸੇਮ ਸਾਹਿਬ ਨੇ ਕਿਹਾ ਵੀ ਯਾਰ ਸਾਨੂੰ ਵੀ ਸੁਣਾਓ ਪਾਸਟਰ ਜੀ ਕੁਛ। ਅੱਜ ਉਹਦੇ ਵਿੱਚੋਂ ਮੈਂ ਕੁਛ 1-2 ਲਾਈਨਾਂ ਤੁਹਾਨੂੰ ਇਸ ਰੱਖੜੀ ਦੇ ਬਾਰੇ 'ਚ ਦੱਸਣਾ, ਕਿਉਂਕਿ ਮੈਂ ਉਸ ਵੇਲੇ ਜਦੋਂ ਬਲੀਵਰਸ ਨਹੀਂ ਸੀਗਾ, ਮੈਂ ਖੁਦਾ ਨੂੰ ਜਾਣਦਾ ਨਹੀਂ ਸੀਗਾ, ਮੈਂ ਖੁਦਾ ਤੋਂ ਬਾਹਰ ਸੀ। ਔਰ ਬਾਹਰਲੇ ਦੇਸ਼ ਵਿੱਚ ਮੈਂ ਦੁਬਈ 'ਚ ਬੈਠੇ ਨੇ ਕੁਛ ਲਾਈਨਾਂ ਲਿਖੀਆਂ ਸੀ, ਔਰ ਉਹ ਏਦਾਂ ਸੀਗਾ, ਜਦੋਂ ਇੰਡੀਆ ਤੋਂ ਮੇਰੀ ਸਿਸਟਰ ਨੇ ਮੈਨੂੰ ਉਹ ਰੱਖੜੀ ਇੱਕ ਚਿੱਠੀ ਦੇ ਤੌਰ ਤੇ ਰਜਿਸਟਰੀ ਭੇਜੀ, ਉਹ ਦੇਖ ਕੇ ਉਹਦੇ ਉੱਤੋਂ ਮੈਨੂੰ ਯਾਦ ਆਇਆ ਕਿ ਮੈਂ ਲਿਖਿਆ, ਕੱਲ ਚਿੱਠੀ ਭੈਣ ਦੀ ਆਈ ਸੀ, ਵਿੱਚ ਰੱਖੜੀ ਭੈਣ ਨੇ ਪਾਈ ਸੀ। ਕੱਲ ਚਿੱਠੀ ਭੈਣ ਦੀ ਆਈ ਸੀ, ਵਿੱਚ ਰੱਖੜੀ ਭੈਣ ਨੇ ਪਾਈ ਸੀ, ਰੀਝਾਂ ਨਾਲ ਗੁੰਦਿਆ ਪਿਆਰ ਭੈਣ ਦਾ, ਦਿਲ ਨੂੰ ਮੋਹ ਕੇ ਲੈ ਗਿਆ ਏ, ਦੁਨੀਆ ਤੇ ਪਵਿੱਤਰ ਰਿਸ਼ਤਾ ਬਸ ਰੱਖੜੀ ਵਾਲਾ ਰਹਿ ਗਿਆ ਏ। ਔਰ ਖੁਦਾ ਦਾ ਸ਼ੁਕਰ ਆ, ਇੰਡੀਆ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਇਸ ਰਿਸ਼ਤੇ ਨੂੰ ਪਾਕ ਤੇ ਪਵਿੱਤਰ ਮੰਨਦੇ ਨੇ। ਇੰਡੀਆ ਦੇ ਜਿਹੜੇ ਲੋਕ ਨੇ, ਔਰ ਬਾਹਰਲੇ ਲੋਕ ਵੀ ਆ, ਇੰਡੀਆ ਦੇ ਨਹੀਂ, ਜਿਹੜੇ ਹੁਣ ਬਾਹਰ ਫੋਰਨ ਕੰਟਰੀਆਂ ਦੇ ਉੱਤੇ ਜਿੰਨੇ ਵੀ ਇਸ ਤਿਉਹਾਰ ਨੂੰ ਮਨਾਉਂਦੇ ਨੇ, ਉਹਨਾਂ ਦੀ ਇਹ ਇੱਕ ਦਿਲ ਦੀ ਉਹਨਾਂ ਦੀ ਸੋਚ ਆ ਕਿ ਇਸ ਰੱਖੜੀ ਦੇ ਦਿਨ ਦੇ ਉੱਤੇ ਇੱਕ ਭੈਣ ਆਪਣੇ ਭਰਾ ਦੇ ਗੁੱਟ ਦੇ ਉੱਤੇ ਰੱਖੜੀ ਬੰਨ੍ਹ ਕੇ ਉਹਦੇ ਕੋਲ ਇੱਕ ਵਾਅਦਾ ਲੈਂਦੀ ਆ, ਉਹ ਤੋਂ ਇੱਕ ਪ੍ਰੋਮਿਸ ਕਰਾਉਂਦੀ ਆ ਕਿ ਇਹ ਰੱਖੜੀ ਮੈਂ ਤੇਰੇ ਗੁੱਟ ਤੇ ਬੰਨਣ ਲੱਗੀ ਆ, ਹੁਣ ਤੇਰਾ ਫਰਜ਼ ਆ ਕਿ ਸਾਰੀ ਜ਼ਿੰਦਗੀ ਭਾਈ ਤੂੰ ਮੇਰੀ ਰੱਖਿਆ ਕਰਨੀ। ਉਹਨੂੰ ਉਸ ਰੱਖਿਆ ਦੇ ਬੰਧਨ ਦੇ ਵਿੱਚ ਬੰਨ੍ਹ ਦਿੰਦੀ ਆ ਕਿ ਤੈਂ ਮੇਰੀ ਰੱਖਿਆ ਕਰਨੀ। ਇਹਨੂੰ ਫਿਰ ਅਸੀਂ ਉਸਦੇ ਨਾਂ ਨੂੰ ਰੱਖਿਆ ਬੰਧਨ ਵੀ ਸਾਰੇ ਕਹਿੰਦੇ ਨੇ। ਸਾਰੇ ਅੱਜ ਬਹੁਤ ਸਾਰੇ ਲੋਕ ਆ ਜਿਹੜੇ ਇੰਡੀਆ ਤੋਂ ਸਾਡੇ ਨਾਲ ਜੁੜੇ ਨਹੀਂ, ਬਹੁਤ ਸਾਰੇ ਸਾਡੇ ਬਲੀਵਰ ਵੀ ਆ, ਬਹੁਤ ਸਾਰੇ ਲੋਕ ਸਾਡੇ ਚਰਚ ਵੀ ਆਉਂਦੇ ਆ, ਬਹੁਤ ਸਾਰੇ ਏਦਾਂ ਦੇ ਲੋਕ ਆ ਵੀ ਜਿਹੜੇ ਚਰਚ ਵੀ ਆਉਂਦੇ ਆ ਔਰ ਫਿਰ ਵੀ ਰੱਖਿਆ ਵੀ ਬੰਨ੍ਹਦੇ, ਰੱਖੜੀਆਂ ਵੀ ਬੰਨ੍ਹਦੇ, ਰਕਸ਼ਾ ਬੰਧਨ 'ਚ ਵੀ ਪਏ ਆ। ਔਰ ਸੱਚਮੁੱਚ ਮੇਰੇ ਭਾਈ ਭੈਣੋ, ਅੱਜ ਅਸੀਂ ਖੁਦਾ ਦੇ ਕਲਾਮ ਦੇ ਵਿੱਚੋਂ ਸਿੱਖਾਂਗੇ, ਆ ਜਿਹੜੀ ਰਕਸ਼ਾ ਬੰਧਨ ਆ, ਆ ਜਿਹੜੀ ਭੈਣ ਆਪਣੇ ਭਰਾ ਦੇ ਗੁੱਟ ਦੇ ਉੱਤੇ ਰੱਖੜੀ ਬੰਨ੍ਹਦੀ ਆ ਨਾ, ਇਹ ਕੀ ਚੀਜ਼ ਆ। ਅੱਜ ਅਸੀਂ ਇਸ ਰਕਸ਼ਾ ਔਰ ਬੰਧਨ ਦੇ
ਦੇ ਉਹਦੇ ਵਿੱਚ ਸਿੱਖਾਂਗੇ ਕਿ ਅਸੀਂ ਜਦੋਂ ਮੈਂ ਵੀ ਮਸੀਹ ਚ ਨਹੀਂ ਸੀ, ਅਸੀਂ ਵੀ ਸਾਰਾ ਕੁਝ ਕਰਦੇ ਸੀਗੇ, ਅਸੀਂ ਵੀ ਇਹਨੇ ਸਾਰੇ ਤਿਉਹਾਰਾਂ ਨੂੰ ਮਨਾਉਂਦੇ ਸੀ, ਜਿਹਦੇ ਲਈ ਖੁਦਾ ਦਾ ਕਲਾਮ ਅੱਜ ਸਾਨੂੰ ਰਕਸ਼ਾ ਬੰਧਨ ਦੇ ਉਹਦੇ ਉੱਤੇ ਸਿੱਖਾਂਗੇ ਕਿ ਖੁਦਾ ਦਾ ਕਲਾਮ ਸਾਨੂੰ ਕੀ ਕਹਿੰਦਾ। ਉਹਦੇ ਵਿੱਚੋਂ ਮੇਰੇ ਨਾਲ ਇੱਕ ਆਇਤ ਦੇਖਾਂਗੇ, ਯਸ਼ਾਯਾ ਨਬੀ ਉਹਦੀ ਕਿਤਾਬ, ਉਹਦਾ 1 ਨੰਬਰ ਅਧਿਆਏ, ਉਹਦੀ 14 ਨੰਬਰ ਆਇਤ। ਯਸ਼ਾਯਾ ਨਬੀ ਦੀ ਖਲੀਫਾ, ਉਹਦਾ ਪਹਿਲਾ ਅਧਿਆਏ, ਚੈਪਟਰ ਨੰਬਰ 1 ਵਰਸ ਨੰਬਰ 14, 14 ਨੰਬਰ ਆਇਤ ਨੂੰ ਅਸੀਂ ਦੇਖਾਂਗੇ ਖੁਦਾ ਦਾ ਕਲਾਮ ਅੱਜ ਸਾਨੂੰ ਕੀ ਕਹਿੰਦਾ। ਕਿਉਂਕਿ ਮੈਨੂੰ ਔਰ ਤੁਹਾਨੂੰ ਸਾਰਿਆਂ ਨੂੰ, ਔਰ ਜਦੋਂ ਸਾਨੂੰ ਸਮਝ ਨਹੀਂ ਨਾ ਹੁੰਦੀ, ਫਿਰ ਅਸੀਂ ਆਪਣੀਆਂ ਮਾਰਦੇ, ਆਪਣੀਆਂ ਦਿਲ ਦੀਆਂ ਕਰਦੇ ਆ, ਜੋ ਕੁਝ ਸਾਡਾ ਦਿਲ ਕਰਦਾ ਉਹ ਕਰਦੇ। ਅਸੀਂ ਲੋਕਾਂ ਦੇ ਮਗਰ ਲੱਗ ਕੇ, ਲੋਕ ਸਾਨੂੰ ਜਿੱਦਾਂ ਅਸੀਂ ਸਾਰੇ ਆਪਣੇ ਘਰਾਂ ਦੇ ਵਿੱਚ ਕਰਦੇ ਆ। ਪਰ ਖੁਦਾ ਦਾ ਕਲਾਮ ਕਹਿੰਦਾ ਤੁਸੀਂ ਉਹਨਾਂ ਲੋਕਾਂ ਵਿੱਚ ਤਾਂ ਜਾਓ, ਪਰ ਉਹਨਾਂ ਵਰਗੇ ਕੰਮ ਨਾ ਕਰੋ। ਕੀ ਕਹਿੰਦਾ ਖੁਦਾ ਦਾ ਕਲਾਮ? ਯਸ਼ਾਯਾ ਨਬੀ ਉਹਦੀ ਕਿਤਾਬ ਪਹਿਲਾ ਨੰਬਰ, ਚੈਪਟਰ ਨੰਬਰ 1 ਵਰਸ ਨੰਬਰ 14, 14 ਨੰਬਰ ਆਇਤ ਨੂੰ ਦੇਖਾਂਗੇ, और उर्दू च जे किसी ने कढ़ लिया तो पढ़ांगे। मेरे दिल को तुम्हारे नए चांदों और तुम्हारी मुकर्रर ईदों से नफरत है, वो मुझ पर वार है, मैं उनकी बर्दाश्त नहीं कर सकता। आमीन। खुदा दे जिंदा बख्श कलाम पढ़े ते सुने जाते, सारे आशीष ते बरकत मिले। और मेरे अजीजो, जो असीं पंजाबी दी बाइबल पढ़ते हैं ना, ਉਹਦੇ ਵਿੱਚ ਬਹੁਤ ਵਧੀਆ ਕਰਕੇ ਲਿਖਿਆ। ਵਧੀਆ ਤਾਂ ਉਰਦੂ ਚ ਵੀ ਲਿਖਿਆ, ਜਿਹਨੇ ਉਰਦੂ ਸਮਝ ਆਉਂਦੀ ਉਹਨਾਂ ਨੂੰ ਉਰਦੂ ਚ ਵਧੀਆ ਲੱਗਦਾ, ਪਰ ਮੈਨੂੰ ਪੰਜਾਬੀ ਜਿਸ ਕਰਕੇ ਵਧੀਆ ਲੱਗਦਾ ਕਿਉਂਕਿ ਸਾਡੀ ਪੰਜਾਬੀ ਦੇ ਵਿੱਚ ਜਿੱਦਾਂ ਲਿਖਿਆ, ਕਹਿੰਦਾ ਤੁਹਾਡੀਆਂ ਅਮੱਸਿਆ ਅਤੇ ਤੁਹਾਡੇ ਮਿੱਥੇ ਹੋਏ ਪਰਬ, ਉਹ ਪਰਬਾਂ ਤੋਂ ਮੇਰੇ ਜੀ ਨੂੰ, ਮੇਰੇ ਦਿਲ ਨੂੰ ਸੂਗ ਆਉਂਦੀ ਆ, ਉਹ ਮੇਰੇ ਲਈ ਖੇਚਲ ਹਨ ਔਰ ਮੈਂ ਚੱਕਦਾ ਥੱਕ ਗਿਆ। ਖੁਦਾ ਦਾ ਕਲਾਮ ਸਾਨੂੰ ਸਾਫ਼ ਦੱਸਦਾ, ਕਹਿੰਦਾ ਜਿਹੜੀਆਂ ਤੁਹਾਡੀਆਂ ਮਿੱਥੇ ਹੋਏ ਜਿਹੜੇ ਪਰਬ ਆ, ਤੁਹਾਡੇ ਜਿਹੜੇ ਮਿੱਥੇ ਹੋਏ ਜਿੰਨੇ ਵੀ, ਜੀ ਥੈਂਕ ਯੂ ਸਿਸਟਰ ਰਜਨੀ, ਥੈਂਕ ਯੂ, ਅਸੀਂ ਤੁਹਾਡਾ ਵੈਲਕਮ ਕਰਦੇ ਹਾਂ। ਔਰ ਮੇਰੇ ਅਜੀਜ਼ੋ, ਖੁਦਾ ਦਾ ਕਲਾਮ ਸਾਨੂੰ ਸਾਫ਼ ਦੱਸਦਾ, ਕਹਿੰਦਾ ਜਿਹੜੀਆਂ ਤੁਹਾਡੀਆਂ ਮਿੱਥੇ ਹੋਏ ਪਰਬ, ਸਾਡੇ ਸਿਰਫ ਔਰ ਸਿਰਫ 3 ਪਰਬ ਆਉਂਦੇ, ਸਾਡੀਆਂ 3 ਈਦਾਂ ਨੇ। ਪਹਿਲੀ ਈਦ ਅਸੀਂ ਜਿਹੜੀ ਈਸਟਰ ਦੇ ਨਾਂ ਨਾਲ ਮਨਾਉਂਦੇ ਆ, ਔਰ ਜਦੋਂ ਪ੍ਰਭੂ ਯਿਸੂ ਮਸੀਹ ਨੇ ਸਾਡੀ ਖਾਤਰ ਸਲੀਬ ਉੱਤੇ ਜਾਨ ਦਿੱਤੀ, ਉਹ ਮਰ ਗਏ, ਕਬਰਾਂ ਚਲੇ ਗਏ, ਔਰ ਤੀਜੇ ਦਿਨ ਜਦੋਂ ਜੀ ਉੱਠਣ ਦੇ ਦਿਹਾੜੇ ਨੂੰ ਅਸੀਂ ਈਸਟਰ ਦੇ ਨਾਂ ਨਾਲ ਮਨਾਉਂਦੇ ਆ। ਔਰ ਦੂਸਰੀ ਪੈਂਤੀਕੋਸਟ ਵਾਲੀ, ਉਸ ਦਿਨ ਖੁਦਾ ਦਾ ਕੰਮ ਹੁੰਦਾ। ਔਰ ਉਸ ਤੋਂ ਬਾਅਦ ਅਸੀਂ ਇੱਕ ਈਦ ਮਨਾਉਂਦੇ ਆ ਜਿਹੜੀ ਅਸੀਂ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਨੂੰ ਮਨਾਉਂਦੇ ਆ। ਔਰ ਜੇ ਅਸੀਂ ਆਪਣੇ ਮਸੀਹ ਤੋਂ ਬਾਹਰ ਗੱਲ ਕਰੀਏ ਕਿਸੇ ਵੀ ਧਰਮ ਦੀ, ਉਹਨਾਂ 'ਚ ਬਹੁਤ ਸਾਰੀਆਂ ਈਦਾਂ ਆਉਂਦੀਆਂ, ਬਹੁਤ ਸਾਰੇ ਪਰਬ ਆਉਂਦੇ ਆ, ਬਹੁਤ ਸਾਰੇ ਹਰ ਹਫ਼ਤੇ, ਹਰ ਮਹੀਨੇ ਦੇ ਵਿੱਚ 10 4 5 ਵੀ ਆ ਜਾਂਦੇ। ਔਰ ਖੁਦਾ ਕਹਿੰਦਾ ਇਹ ਜਿਹੜੇ ਤੁਹਾਡੇ ਮਿੱਥੇ ਹੋਏ ਪਰਬ ਆ, ਜਿਨ੍ਹਾਂ ਨੂੰ ਤੁਸੀਂ ਮਨਾਉਣਾ ਚਾਹੁੰਦੇ ਆ, ਉਹਨਾਂ ਨੂੰ ਮੈਨੂੰ ਉਹਨਾਂ ਤੋਂ ਸੂਗ ਆਉਂਦਾ, ਮੈਨੂੰ ਉਹਨਾਂ ਤੋਂ ਹੁਣ ਵਧੀਆ ਨਹੀਂ, ਮੈਨੂੰ ਨਫ਼ਰਤ ਹੁੰਦੀ ਆ, ਮੈਂ ਇਹਨਾਂ ਨੂੰ ਚੱਕਦਾ ਥੱਕ ਗਿਆ ਯਾਰ, ਮੈਂ ਨਹੀਂ ਸਹਿ ਨਹੀਂ ਸਕਦਾ। ਉਹਨਾਂ ਦੇ ਵਿੱਚੋਂ ਇੱਕ ਪਰਬ ਇਹ ਰਕਸ਼ਾ ਬੰਧਨ ਵੀ ਆ। ਜਿਹੜੇ ਪਰਬ ਖੁਦਾ ਕਹਿੰਦਾ ਤੁਸੀਂ ਮਨਾਉਂਦੇ ਆ, ਜਿਹੜੇ ਤੁਹਾਡੇ ਮਿੱਥੇ ਹੋਏ ਪਰਬ ਆ, ਇਸ ਦਿਨ ਜੀ ਇਸ ਬੰਦੇ ਦਾ ਜਨਮ ਦਿਨ ਆ, ਅੱਜ ਅਸੀਂ ਇਹਦਾ ਜਨਮ ਦਿਨ ਮਨਾਤਾ, ਇਹਦਾ ਏਦਾਂ ਕਰਤਾ, ਅਸੀਂ ਆਹ ਕਰਤਾ। ਪਿਛਲੇ ਦਿਨਾਂ 'ਚ ਅਸੀਂ ਬੇਟੀ ਪਲਪੀ ਦਾ, ਸ਼ਿਵਾ ਹੰਸ ਨੇ ਉਹਨਾਂ ਦੀ ਬੇਟੀ ਦਾ, ਸਾਡੇ ਪਾਸਟਰ ਪੂਨਮ ਉਹਨਾਂ ਨੇ ਆਪਣੀ ਬੇਟੀ ਦਾ, ਅਸੀਂ ਸਾਰਿਆਂ ਨੇ ਸੈਲੀਬ੍ਰੇਟ ਕੀਤੇ ਆ ਜਨਮ ਦਿਨ। ਅਸੀਂ ਸੈਲੀਬ੍ਰੇਟ ਜਿਨ੍ਹਾਂ ਲੋਕਾਂ ਨੇ ਖੁਦਾ ਦੇ ਨਾਮ ਨੂੰ ਜਲਾਲ ਦੇ ਕੇ ਕੀਤੇ ਆ, ਉਹਨਾਂ ਨੇ ਖੁਦਾ ਦੇ ਨਾਂ ਨੂੰ ਵਡਿਆਇਆ। ਔਰ ਜਿਨ੍ਹਾਂ ਨੇ ਆਪਣੇ ਘਰਾਂ ਦੇ ਵਿੱਚ ਡੀਜੇ ਲਾਏ ਨੇ, ਢੋਲ ਢਮਾਕੇ ਕੀਤੇ ਨੇ, ਆਪਣੇ ਤਰੀਕੇ ਨਾਲ ਖਾਧਾ ਪੀਤਾ ਔਰ ਆਪਣੇ ਤਰੀਕੇ ਨਾਲ ਸਾਰਾ ਕੁਝ ਕੀਤਾ, ਉਹਨਾਂ ਨੇ ਖੁਦਾ ਨੂੰ ਜਲਾਲ ਨਹੀਂ ਦਿੱਤਾ, ਨਹੀਂ ਆਪਣੀ ਮਰਜ਼ੀ ਕੀਤੀ ਆ। ਔਰ ਖੁਦਾ ਕਹਿੰਦਾ ਉਹਨਾਂ ਪਰਬਾਂ ਨੂੰ ਜਿਹੜੇ ਤੁਸੀਂ ਮਨਾਉਂਦੇ ਆ, ਉਹਨਾਂ ਨੂੰ ਮੈਂ ਚੱਕਦਾ ਥੱਕ ਗਿਆ, ਮੈਨੂੰ ਸੂਗ ਆਉਂਦਾ, ਮੇਰੇ ਜੀ ਨੂੰ ਸੂਗ ਆਉਂਦਾ, ਮੇਰੇ ਹੁਣ ਜੀ ਨੂੰ ਨਫ਼ਰਤ ਹੁੰਦੀ।
ਅੱਜ ਖੁਦਾ ਇਸ ਰਕਸ਼ਾ ਬੰਧਨ ਦੇ ਲਈ ਖੁਦਾ ਅੱਜ ਬਾਈਬਲ ਬਾਣੀ ਦੇ ਕਹਿੰਦਾ ਪਹਿਲੀ ਗੱਲ ਤੁਹਾਡੇ ਜਿਹੜੇ ਪਰਬ ਆ ਜਿਹੜੇ ਮਿੱਥੇ ਹੋਏ ਪਰਬ ਆ ਉਹਨਾਂ ਤੋਂ ਮੈਨੂੰ ਸੂਗ ਆਉਂਦਾ, ਮੇਰੇ ਜੀ ਨੂੰ ਸੂਗ ਆਉਂਦਾ, ਮੈਨੂੰ ਨਹੀਂ ਵਧੀਆ ਨਹੀਂ ਹੈਗੀ। ਔਰ ਜੇ ਅਸੀਂ ਇਸ ਰਕਸ਼ਾ ਬੰਧਨ ਨੂੰ ਅੱਜ ਲੈ ਕੇ ਅੱਜ ਕੁਝ ਸਿੱਖਾਂਗੇ ਕਿ ਰਕਸ਼ਾ ਬੰਧਨ ਜਿਹੜੀ ਰਕਸ਼ਾ ਔਰ ਬੰਧਨ ਦੋ ਚੀਜ਼ਾਂ ਦੇ ਮੇਲ ਨੂੰ ਫਿਰ ਰਾਖੀ ਵਾਲਾ ਬੰਧਨ ਕਹਿੰਦੇ ਆ। ਇੱਕ ਰਕਸ਼ਾ ਇੱਕ ਬੰਧਨ। ਜਿਹੜੀ ਜੇ ਅੱਜ ਪਹਿਲਾਂ ਰਕਸ਼ਾ ਦੀ ਗੱਲ ਕਰੀਏ, ਇੱਕ ਭੈਣ ਆਪਣੇ ਭਰਾ ਦੇ ਗੁੱਟ ਦੇ ਉੱਤੇ ਇੱਕ ਤਾਗਾ ਬੰਨ ਕੇ ਇੱਕ ਰੱਖੜੀ ਬੰਨ ਕੇ ਉਹਨਾਂ ਵਾਅਦਾ ਕਰਦੀ ਹੈ ਕਿ ਤੂੰ ਸਾਰੀ ਜ਼ਿੰਦਗੀ ਮੇਰੇ ਨਾਲ ਇਹ ਵਾਅਦਾ ਕਰ, ਪ੍ਰੋਮਿਸ ਕਰ ਕਿ ਤੂੰ ਮੇਰੀ ਹਿਫਾਜ਼ਤ ਕਰੇਗਾ। ਮੇਰੇ ਅਜ਼ੀਜ਼ੋ, ਸਿੱਧੀ ਸਿੱਧੀ ਗੱਲ ਆ, ਸਾਡੀਆਂ ਦੋ ਬੇਟੀਆਂ ਨੇ, ਉਹ ਦੋਨੋਂ ਬੇਟੀਆਂ ਇੰਗਲੈਂਡ ਵਿੱਚ ਨੇ। ਇੰਗਲੈਂਡ ਵਿੱਚ ਬੈਠ ਕੇ ਜੇ ਉਹ ਆਸ਼ੀਸ਼ ਤੋਂ ਕਵੇ ਬਈ ਆਸ਼ੀਸ਼ ਇਹ ਆ ਤੇਰੇ ਬੰਨ੍ਹਤੀ ਆ ਰੱਖੜੀ, ਤੂੰ ਸਾਡੀ ਹਿਫਾਜ਼ਤ ਕਰਨੀ, ਉਹ ਇੰਗਲੈਂਡ 'ਚ ਬੈਠੀਆਂ ਨੇ, ਆਸ਼ੀਸ਼ ਇੰਡੀਆ 'ਚ ਆ, ਕਿ ਉੱਥੇ ਉਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਆ, ਜੇ ਉਹ ਬਿਮਾਰ ਹੋ ਜਾਂਦੀਆਂ, ਉਹਨਾਂ ਨੂੰ ਉੱਥੇ ਇਹ ਕਰ ਸਕਦਾ, ਰਕਸ਼ਾ ਕਰ ਸਕਦਾ। ਜਾਂ ਅਸੀਂ ਇੱਥੇ ਇੰਡੀਆ ਦੇ ਵਿੱਚ ਆ, ਸਾਡਾ ਕੋਈ ਅਜ਼ੀਜ਼ ਅਮਰੀਕਾ, ਕੈਨੇਡਾ, ਫਰਾਂਸ ਆਊਟ ਆਫ ਕੰਟਰੀ ਆ, ਕਿ ਸਾਡਾ ਭਰਾ ਜੇ ਆਊਟ ਆਫ ਕੰਟਰੀ ਆ, ਉਹ ਆਪਣੀ ਭੈਣ ਦੀ ਇੰਡੀਆ 'ਚ ਰਕਸ਼ਾ ਕਰ ਸਕਦਾ? ਜੇ ਰਕਸ਼ਾ ਨਹੀਂ ਕਰ ਸਕਦਾ, ਫਿਰ ਇੱਥੇ ਇੱਕ ਗੱਲ ਸਾਨੂੰ ਸੋਚਣ ਵਾਲੀ ਆ। ਔਰ ਜੇ ਇੱਥੇ ਰਕਸ਼ਾ ਹੀ ਕਰਦਾ ਆ, ਜੇ ਰਕਸ਼ਾ ਜਿਹੜਾ ਕਰਦਾ ਆ ਉਹ ਸਿਰਫ ਔਰ ਸਿਰਫ ਉਸ ਔਰਤ ਦਾ ਹਸਬੈਂਡ ਹੁੰਦਾ। ਸ਼ਿਵਾ ਹੰਸ ਆ, ਸਾਡੀ ਸਿਸਟਰ ਪ੍ਰਵੀਨ ਆ, ਉਹਨਾਂ ਨੂੰ ਕੋਈ ਪ੍ਰੋਬਲਮ ਆ ਜਾਂਦੀ ਆ, ਇਹਨਾਂ ਨੇ ਮੈਨੂੰ ਫੋਨ ਕਰਨਾ, ਪਾਸਟਰ ਜੀ ਅੱਜ ਇਹਨਾਂ ਨੂੰ ਅੱਜ ਇਹ ਬਿਮਾਰ ਹੋ ਗਿਆ, ਇਹਨਾਂ ਨੂੰ ਚਿਕਨ ਪੌਕਸ ਨਿਕਲ ਗਿਆ, ਹੁਣ ਪਾਸਟਰ ਦਾ ਜਾਊਗਾ ਇੱਕ ਦਿਨ ਆ ਜਾਂ 2 ਦਿਨਾਂ ਬਾਅਦ ਜਾਂ ਸ਼ਾਮ ਨੂੰ। ਪਰ ਪਹਿਲਾਂ ਜਦੋਂ ਉਹ ਬਿਮਾਰ ਪਏ, ਉਹਨਾਂ ਡਾਕਟਰ ਕੋਲ ਕਿਹਨੇ ਲੈ ਕੇ ਜਾਣਾ ਚੱਕ ਕੇ? ਪਾਸਟਰ ਸ਼ਿਵਾ ਹੰਸ ਨੇ। ਸਿਸਟਰ ਨਾਜਮਾ ਨੂੰ ਕੁਝ ਹੋ ਜਾਂਦਾ, ਇਹ ਪਾਕਿਸਤਾਨ ਤੋਂ ਮੈਨੂੰ ਫੋਨ ਕਰਦੇ ਆ, ਭਾਈ ਪਾਸਟਰ ਜੀ ਸਾਡੇ ਤੁਹਾਡੀ ਭੈਣ ਬਿਮਾਰ ਹੋ ਗਈ ਆ ਵੀ ਹੁਣ। ਉਹ ਮੈਂ ਤਾਂ ਇਹਨਾਂ ਨੂੰ ਕਹੂੰ ਭਾਈ ਹਸਪੀਟਲ ਲੈ ਜਾਓ, ਮੈਂ ਤਾਂ ਇਹ ਨਹੀਂ ਕੁਝ ਵੀ ਕਰ ਸਕਦਾ, ਮੈਂ ਤਾਂ ਤੁਹਾਨੂੰ ਡਾਇਰੈਕਟ ਪੈਸੇ ਵੀ ਨਹੀਂ ਭੇਜ ਸਕਦਾ, ਮੈਂ ਨਹੀਂ ਕੁਝ ਵੀ ਕਰ ਸਕਦਾ, ਮੈਂ ਤਾਂ ਦੁਆ ਕਰ ਸਕਦਾ ਤੁਹਾਡੇ ਲਈ। ਫਿਰ ਮੇਰਾ ਇੱਥੇ ਭਰਾ ਦਾ ਕੀ ਹੱਕ ਆ? ਫਿਰ ਰਕਸ਼ਾ ਮੈਂ ਕਿੱਥੋਂ, ਮੇਰੇ ਲਈ ਗੱਲ ਹੀ। ਫਿਰ ਜੇ ਰਕਸ਼ਾ ਕਰਨੀ ਆ ਤਾਂ ਉਹਦੇ ਘਰ ਵਾਲੇ ਨੇ, ਉਹਦੇ ਹਸਬੈਂਡ ਨੇ ਕਰਨੀ ਆ। ਫਿਰ ਇਹ ਜਿਹੜੀਆਂ ਰੱਖੜੀਆਂ ਆਪਣੇ ਘਰ ਵਾਲੇ ਦੇ ਬੰਨਣ ਦੀ ਜ਼ਰੂਰਤ ਹੈ, ਕਿਉਂਕਿ ਜਿਹੜੇ ਰਕਸ਼ਾ ਕਰਨੀ, ਬਹੁਤ ਸਾਰੇ ਲੋਕ ਆ ਉਹਨਾਂ ਨੂੰ ਇਹ ਗੱਲ ਸਮਝ ਆਉਂਦੀ ਆ ਪਰ ਉਹ ਸਮਝਣਾ ਚਾਹੁੰਦੇ ਨਹੀਂ। ਪਰ ਜਿਹੜੀ ਰਕਸ਼ਾ ਆ ਉਹ ਸਿਰਫ ਔਰ ਸਿਰਫ ਇੱਕ ਜਿਹੜੀ ਔਰਤ, ਉਹਦਾ ਹਸਬੈਂਡ ਉਹਦਾ ਫਸਟ ਏਡ ਕਰਦਾ। ਫਸਟ ਏਡ ਪਹਿਲ ਦੇ ਆਧਾਰ ਦੇ ਉੱਤੇ ਜਿਨ੍ਹਾਂ ਦੇ ਭਰਾ ਫੋਰਨ ਕੰਟਰੀਆਂ 'ਚ ਬਾਹਰ ਆ, ਆਊਟ ਆਫ ਕੰਟਰੀ ਆ, ਜਾਂ ਸਾਡੇ ਤੋਂ 100 200 400 ਕਿਲੋਮੀਟਰ ਦੂਰ ਰਹਿੰਦੇ ਆ, ਉਹ ਸਾਡਾ ਭਰਾ ਆ ਕੇ ਸਾਡੀ ਰਕਸ਼ਾ ਨਹੀਂ ਕਰ ਸਕਦਾ। ਸਿਰਫ ਔਰ ਸਿਰਫ ਜਿਹੜਾ ਸਾਡੇ ਕੋਲ ਆ, ਸਾਡੇ ਔਨ ਦੀ ਸਪੋਰਟ ਜਿਹੜਾ ਸਾਡੇ ਨਾਲ ਆ, ਉਹ ਕਰ ਸਕਦਾ। ਫਿਰ ਸਾਨੂੰ ਜ਼ਰੂਰਤ ਆ ਰਕਸ਼ਾ ਉਹਦੇ ਬੰਨਣ ਦੀ ਲੋੜ ਹੈ ਜਿਹਨੇ ਸਾਡੀ ਰਕਸ਼ਾ ਕਰਨੀ ਆ। ਭਾਈ ਇਹ ਨਹੀਂ ਵੀ ਅਸੀਂ ਉਸ ਆਪਣੇ ਭਰਾ ਦੇ ਬੰਨੀਏ ਰੱਖੜੀ, ਫਿਰ ਸਾਨੂੰ ਸਾਡੇ ਨਾਲ ਜਿਹੜਾ ਸਾਡੇ ਨਾਲ ਆ, ਜਿਹੜਾ ਸਾਡੇ ਮੌਜੂਦ ਆ, ਫਿਰ ਉਹਦੇ ਬੰਨਣ ਦੀ ਜ਼ਰੂਰਤ ਹੈ। ਜੇ ਅਸੀਂ ਬੰਨਣਾ ਹੀ ਆ, ਜੇ ਅਸੀਂ ਰਕਸ਼ਾ ਹੀ ਕਰਾਉਣੀ ਆ, ਫਿਰ ਔਰਤ ਨੂੰ ਚਾਹੀਦਾ ਆਪਣੇ ਘਰ ਵਾਲੇ ਦੀ ਰੱਖੜੀਆਂ ਬੰਨੇ, ਕਿ ਆਪਣੇ ਘਰ ਵਾਲੇ ਨੂੰ ਕਵੇ ਭਾਈ ਤੈਂ ਸਾਰੀ ਜ਼ਿੰਦਗੀ ਵਿੱਚ ਰਕਸ਼ਾ ਕਰਦੇ ਆ। ਅਸੀਂ ਜਦੋਂ ਮੈਰਿਜ ਹੁੰਦੀ ਆ ਉਹਦੇ ਵਿੱਚ ਇੱਕ ਅਸੀਂ ਪ੍ਰੋਮਿਸ ਕਰਾਉਨੇ ਆ, ਪਹਿਲਾਂ ਜੈਂਟਸ ਤੋਂ ਉਹਨੂੰ ਕਹਿੰਦੇ ਆ ਵੀ ਹਾਂ ਵੀ ਤੂੰ ਦੁੱਖ ਵਿੱਚ, ਸੁੱਖ ਵਿੱਚ, ਬਿਮਾਰੀ ਵਿੱਚ, ਤੰਗੀ ਵਿੱਚ, ਤਕਲੀਫ ਵਿੱਚ, ਗਰੀਬੀ ਵਿੱਚ, ਏਦਾਂ ਵੀ ਤੂੰ ਇਹਦਾ ਪੱਲਾ ਛੱਡੇਗਾ, ਇਹਨੂੰ ਛੱਡੂਗਾ ਨਹੀਂ ਜਦ ਤੱਕ ਤੈਨੂੰ ਮੌਤ ਅਲੱਗ ਨਾ ਕਰੇ। ਕਰਾਉਣੇ ਕਿ ਨਹੀਂ ਕਰਾਉਣੇ? ਇੱਥੇ ਫਿਰ ਜਦੋਂ ਅਸੀਂ ਇਹੀ ਉਸ ਬੇਟੀ ਤੋਂ ਵੀ ਕਰਾਉਨੇ ਆ, ਉਹਦੇ ਹਸਬੈਂਡ ਤੋਂ, ਵਾਈਫ ਤੋਂ, ਦੋਨਾਂ ਤੋਂ ਕਰਾਉਨੇ ਆ। ਔਰ ਜੇ ਅਸੀਂ ਇਹ ਰਕਸ਼ਾ ਅਸੀਂ ਹੱਕ, ਮੇਰੇ ਹਿਸਾਬ ਨਾਲ ਤੁਹਾਡੀ ਸੋਚ ਕਿੱਦਾਂ ਦੀ ਆ, ਜਿਹੜੇ ਆਨਲਾਈਨ ਦੇਖ ਰਹੇ ਉਹਨਾਂ ਦੀ ਸੋਚ ਕਿੱਦਾਂ ਦੀ ਆ, ਪਰ ਮੈਨੂੰ ਖੁਦਾ ਦਾ ਕਲਾਮ ਇਹ ਕਹਿੰਦਾ ਜੇ ਅਸੀਂ ਰਕਸ਼ਾ ਕਰਾਉਣੀ ਆ ਤਾਂ ਆਪਣੇ ਹਸਬੈਂਡ ਨੂੰ ਪਹਿਲ ਦਈਏ। ਜੇ ਫਸਟ ਏਡ ਆਪਣੇ ਘਰ ਦੇ ਵਿੱਚ ਕਿਸੇ ਦਾ ਸਿਰ ਦੁਖਦਾ, ਰਾਤ ਨੂੰ ਅਸੀਂ ਪਏ ਆ, ਸਾਡੇ ਘਰ ਦੇ ਵਿੱਚ ਕਿਸੇ ਦੇ ਦਰਦ ਹੋਣ ਲੱਗ ਪੈਂਦਾ, ਆਪਾਂ ਦੇਖਦੇ ਆ ਉਹ ਸਿਰਪ ਦੇ ਉੱਤੇ ਜਾਂ ਕਿਸੇ ਡੱਬੇ ਦੇ ਵਿੱਚ ਕੋਈ ਪੈਰਾਸੀਟਾਮੋਲ ਦੀ ਗੋਲੀ ਪਈ, ਉਹ ਪੈਨਾਡੋਲ ਦੀ ਗੋਲੀ ਪਈ,
ਜਾਂ ਕੋਈ ਪੇਨ ਕਿਲਰ ਦੀ ਗੋਲੀ ਪਈ ਆ ਚੱਕ ਕੇ ਦਿਓ, ਫਾਸਟ ਏਡ ਇਹਨੂੰ ਕਹਿੰਦੇ। ਸਾਡੇ ਘਰ ਵਿੱਚ ਜੇ ਜਿਹੜੀ ਭੈਣ ਜੇ ਬਿਮਾਰ ਹੋ ਜਾਵੇ, ਉਹਦਾ ਹਸਬੈਂਡ ਉਹਨੂੰ ਚੱਕ ਕੇ ਲੈ ਕੇ ਜਾਂਦਾ, ਉਹਦੀ ਸਾਰਾ ਕੁਝ ਕਰਦਾ, ਫਾਸਟ ਏਡ ਉਹ ਕਰਦਾ। ਫਿਰ ਸਾਨੂੰ ਚਾਹੀਦਾ ਉਸ ਰੱਖਿਆ ਉਹਦੇ ਬੰਨਣ ਦੀ ਆ, ਉਹ ਤੋਂ ਆਪਾਂ ਰੱਖਿਆ ਕਰਾਉਣੀ ਆ, ਨਾ ਕਿ ਆਪਣੇ ਭਰਾ ਲਈ। ਅਸੀਂ, ਮੈਂ ਮੰਨਦਾ ਇਸ ਗੱਲ ਨੂੰ, ਇਹ ਬਹੁਤ ਪਵਿੱਤਰ ਰਸਤਾ ਸੀ ਜਦੋਂ ਅਸੀਂ ਇਸ ਗੱਲ ਤੋਂ ਬਾਹਰ ਸੀ ਔਰ ਅਸੀਂ ਸੱਚਮੁੱਚ ਜਾਣਦੇ ਸੀ ਇਸ ਗੱਲ ਨੂੰ। ਅਸੀਂ ਵੀ ਬਹੁਤ ਬੰਨੀਆਂ, ਬਹੁਤ ਬਣਾਈਆਂ, ਬਹੁਤ ਕੁਝ ਕੀਤਾ, ਪਰ ਅੱਜ ਖੁਦਾ ਨੇ ਜਦੋਂ ਸਾਨੂੰ ਖੁਦਾ ਦੇ ਕਲਾਮ ਦੇ ਵਿੱਚੋਂ ਅਸੀਂ ਜਦੋਂ ਗਲਾਤੀਆਂ ਦੀ ਪੱਤਰੀ ਉਹਦਾ 5 ਨੰਬਰ ਅਧਿਆਏ ਉਹਦੀ ਪਹਿਲੀ ਐਤ ਨੂੰ ਪੜ੍ਹਦੇ ਹਾਂ ਤੇ ਲਿਖਿਆ, ਸਚਾਈ ਨੂੰ ਜਾਣੋ ਤਾਂ ਸਚਾਈ ਤੁਹਾਨੂੰ ਆਜ਼ਾਦ ਕਰੇਗੀ। ਜੇ ਅਸੀਂ ਅੱਜ ਸਚਾਈ ਨੂੰ ਜਾਣ ਲਿਆ ਤਾਂ ਅੱਜ ਸਚਾਈ ਨੇ ਸਾਨੂੰ ਆਜ਼ਾਦ ਵੀ ਕੀਤਾ। ਜੇ ਅੱਜ ਵੀ ਅਸੀਂ ਕਲਾਮ ਨੂੰ ਸੁਣ ਕੇ, ਕਲਾਮ ਨੂੰ ਸਿੱਖ ਕੇ ਫੇਰ ਵੀ ਰਕਸ਼ਾ ਬੰਧਨ ਦੇ ਚੱਕਰ 'ਚ ਪਏ ਹਾਂ, ਫਿਰ ਅਸੀਂ ਆਜ਼ਾਦ ਵਜੂਦ ਨਹੀਂ ਹੋਏ, ਫਿਰ ਅਸੀਂ ਗੁਲਾਮ ਹੀ ਆ, ਫਿਰ ਅਸੀਂ ਜੂਲੇ ਥੱਲੇ ਆ, ਫਿਰ ਅਸੀਂ ਉਹੀ ਆ ਜਿਹੜੀ ਉਧਰ ਤੁਹਾਨੂੰ ਗਧੇ ਵਾਲੀ ਕਹਾਣੀ ਸੁਣਾਈ ਹੈ ਨਾ, ਫਿਰ ਅਸੀਂ ਉਹੀ ਚੀਜ਼ਾਂ। ਜੇ ਅਸੀਂ ਅੱਜ ਆਜ਼ਾਦ ਆ, ਖੁਦਾ ਨੇ ਸਾਨੂੰ ਆਜ਼ਾਦ ਕੀਤਾ, ਜੇ ਅਸੀਂ ਉਸ ਸੱਚਾਈ ਨੂੰ ਅੱਜ ਜਾਣਦੇ ਆ, ਅੱਜ ਸਿੱਖਦੇ ਆ, ਜੇ ਸੱਚਾਈ ਸਾਨੂੰ ਆਜ਼ਾਦ ਕਰਦੀ ਆ, ਫਿਰ ਸਾਨੂੰ ਆਜ਼ਾਦ ਰਹਿਣ ਦੀ ਲੋੜ ਆ। ਔਰ ਖੁਦਾ ਦੇ ਕਲਾਮ ਨੂੰ ਜੇ ਅਸੀਂ ਸੁਣਿਆ, ਸਿੱਖਦੇ ਆ, ਫਿਰ ਉਹਦੇ ਤੇ ਚੱਲਣ ਦੀ ਲੋੜ ਆ। ਔਰ ਇਹ ਸੀਗਾ ਸਿਰਫ ਰਕਸ਼ਾ। ਔਰ ਜਦੋਂ ਅਸੀਂ ਖੁਦਾ ਦੇ ਕਲਾਮ ਦੇ ਵਿੱਚੋਂ ਜ਼ਬੂਰਾਂ ਦੀ ਕਿਤਾਬ ਉਹਦਾ 127 ਨੰਬਰ ਜ਼ਬੂਰ ਦੀ ਪਹਿਲੀ ਐਤ ਨੂੰ ਦੇਖਦੇ ਆ, ਕਿਉਂਕਿ ਮੇਰੇ ਕੋਲ ਪੜਾਉਣ ਦਾ ਟਾਈਮ ਨਹੀਂ, ਮੈਨੂੰ ਇਹ ਟਾਈਮ 20 ਮਿੰਟ 25 ਮਿੰਟ ਦਿੰਦੇ ਆ, ਮੈਂ ਅੱਧਾ ਘੰਟਾ ਤਾਂ ਲੈਣਾ ਹੀ ਆ, ਮੈਂ ਆਪਣੀ ਮਰਜ਼ੀ ਨਾਲ, ਕੋਈ ਗੱਲ ਨਹੀਂ। ਖੁਦਾ ਦੇ ਕਲਾਮ ਦੇ ਵਿੱਚ ਜ਼ਬੂਰ 127 ਨੰਬਰ ਉਹਦੀ ਪਹਿਲੀ ਐਤ ਵਿੱਚ ਜਦ ਦੇਖਦੇ ਆ ਲਿਖਿਆ, ਜੇ ਯਹੋਵਾ ਹੀ ਘਰ ਨਾ ਬਣਾਵੇ ਤਾਂ ਉਸ ਬਣਾਉਣ ਵਾਲੇ ਦੀ ਮਿਹਨਤ ਵਿਅਰਥ ਆ। ਜੇ ਯਹੋਵਾ ਉਸ ਸ਼ਹਿਰ ਦੀ ਰਾਖੀ ਨਾ ਕਰੇ ਤੇ ਰਾਖੇ ਦਾ ਜਾਗਣਾ ਵਿਅਰਥ ਆ। ਬਸ ਖੁਦਾ ਕਹਿੰਦਾ ਜਿਹੜੀ ਰਾਖੀ ਆ, ਇਹ ਰਾਖੀ ਖੁਦਾਬੰਦ ਵੱਲੋਂ ਆ, ਰਕਸ਼ਾ ਖੁਦਾਬੰਦ ਵੱਲੋਂ ਆ। ਜੇ ਖੁਦਾ ਹੀ ਰਕਸ਼ਾ ਨਾ ਕਰੇ ਫਿਰ ਸਾਡਾ ਸਾਰਿਆਂ ਦਾ ਠੀਕ ਠਾਕ ਹੀ ਆ, ਫਿਰ ਹੀ ਅਸੀਂ ਇੱਥੇ ਇਨਸਾਨ ਤੇ ਕੀ ਆਸ ਰੱਖ ਸਕਦੇ। ਪਿਛਲੇ ਦਿਨਾਂ 'ਚ ਮੇਰੀ ਮਿਸੇਜ ਬਿਮਾਰ ਹੋ ਗਈ ਔਰ ਅਸੀਂ ਇਹਨੂੰ ਲੈ ਕੇ ਹਸਪੀਟਲ 'ਚ ਬੈਠੇ ਰਹੇ, ਔਰ ਇਹ ਉਹ ਤੋਂ ਜ਼ਿਆਦਾ ਮੈਂ ਸਾਰਿਆਂ ਨਾਲ ਕੰਟੈਕਟ ਰੱਖਦਾ ਰਿਹਾ ਔਰ ਬਾਰ-ਬਾਰ ਇਹ ਕਹਿੰਦਾ ਰਿਹਾ, ਇਹਦੇ ਲਈ ਦੁਆ ਕਰੋ ਭਾਈ ਖੁਦਾ ਇਹਨੂੰ ਸ਼ਿਫਾ ਦੇਵੇ, ਔਰ ਸ਼ਿਫਾ ਇਹਨੂੰ ਦਿੱਤੀ। ਕਿਉਂਕਿ ਸਾਨੂੰ, ਮੈਨੂੰ ਔਰ ਤੁਹਾਨੂੰ ਸਾਰੇ ਜਿੰਨੇ ਅਸੀਂ ਬਲੀਵਰ ਆ, ਸਾਨੂੰ ਈਮਾਨ ਆ ਕਿ ਸਾਡੀ ਜਿਹੜੀ ਰਕਸ਼ਾ ਆ ਉਸ ਖੁਦਾਵੰਦ ਵੱਲੋਂ ਆ, ਕਿਸੇ ਇਨਸਾਨ ਵੱਲੋਂ ਨਹੀਂ। ਇਨਸਾਨ ਸਾਡੀ ਨਹੀਂ ਰਾਖੀ ਕਰ ਸਕਦਾ ਜਦ ਤੱਕ ਯਹੋਵਾ ਸਾਡੇ ਨਾਲ ਨਹੀਂ। ਜੇ ਅਸੀਂ ਜੇ ਗੱਲ ਦਾਊਦ ਦੀ ਕਰਦੇ ਆ, ਜਦੋਂ ਦਾਊਦ ਛੋਟਾ ਹੀ ਸੀ, ਬੱਚਾ ਹੀ ਸੀ, ਜਦੋਂ ਗੋਲੀਅਤ ਦੇ ਨਾਲ ਲੜਨ ਗਿਆ ਤੇ ਉਹਨੂੰ ਕਿਹਾ, ਤੂੰ ਐਡੇ ਲਸ਼ਕਰ ਨਾਲ ਆਉਣਾ, ਐਡੀਆਂ ਕਿਰਪਾਨਾਂ ਢਾਲਾਂ ਬੰਨ ਕੇ ਆਪਣੇ ਸਰੀਰ ਤੇ ਲੋਹਾ ਮੜ ਕੇ ਆਇਆ, ਪਰ ਉਹਨੇ ਕਿਹਾ ਮੈਂ ਯਹੋਵਾ ਦੇ ਨਾਂ ਤੇ ਆਉਣਾ ਆ, ਮੈਂ ਤੇਰੇ ਤੇ ਫਤਿਹ ਪਾਉਣੀ ਔਰ ਪਾਈ ਵੀ। ਅੱਜ ਖੁਦਾ ਸਾਨੂੰ ਇਹ ਕਹਿੰਦਾ ਜੇ ਯਹੋਵਾ ਸ਼ਹਿਰ ਦੀ ਰਾਖੀ ਨਾ ਕਰੇ ਤਾਂ ਰਾਖੇ ਦਾ ਜਾਗਣਾ ਵਿਅਰਥ ਆ। ਅਸੀਂ ਰੱਖਿਆ ਆਪਣੇ ਭਰਾਵਾਂ ਤੋਂ ਕਰਾਉਨੇ। ਭੈਣਾਂ ਅੱਜ ਇੰਡੀਆ ਦੇ ਵਿੱਚ ਜਾਂ ਬਾਹਰਲੇ ਮੁਲਕਾਂ ਵਿੱਚ ਜਿੱਥੇ ਵੀ ਆ, ਰਕਸ਼ਾ ਬੰਨ ਕੇ ਜੀ ਕਹਿੰਦੇ ਤੂੰ ਸਾਡੀ ਰਕਸ਼ਾ ਕਰੀ। ਕਿਉਂ ਨਹੀਂ ਖੁਦਾ ਨੂੰ ਕਹਿੰਦੇ ਵੀ ਭਾਈ ਰਕਸ਼ਾ ਤਾਂ ਤੈਅ ਕਰਨੀ ਸਾਡੀ। ਖੁਦਾ ਦਾ ਕਲਾਮ ਸਾਫ਼ ਸਾਨੂੰ ਦੱਸਦਾ ਕਿ ਜੇ ਖੁਦਾਈ ਸ਼ਹਿਰ ਦੀ ਰਾਖੀ ਨਾ ਕਰੇ ਤਾਂ ਰਾਖੇ ਦਾ ਜਾਗਣਾ ਵਿਅਰਥ ਆ। ਜੇ ਯਹੋਵਾ ਹੀ ਘਰ ਨਾ ਬਣਾਵੇ ਤਾਂ ਬਣਾਉਣ ਵਾਲੇ ਦੀ ਮਿਹਨਤ ਵਿਅਰਥ ਆ। ਜੇ ਅੱਜ ਅਸੀਂ, ਖੁਦਾ ਨੇ ਮੈਨੂੰ ਇਸਤੇਮਾਲ ਕੀਤਾ, ਜੇ ਅੱਜ ਦਾ ਕਲਾਮ ਅਸੀਂ ਸੁਣਿਆ, ਜੇ ਇਹਨੂੰ ਸਮਝਿਆ ਨਹੀਂ, ਉਹ ਤੇ ਅਮਲ ਨਹੀਂ ਕੀਤਾ, ਸਾਡਾ ਸਾਰਿਆਂ ਦਾ ਕਲਾਮ ਨੂੰ ਸੁਣਨਾ ਵਿਅਰਥ ਆ। ਅੱਜ ਖੁਦਾ ਸਾਫ਼ ਕਹਿੰਦਾ, ਔਰ ਇਹ ਹੈਗੀ ਰਕਸ਼ਾ ਦੀ ਗੱਲ ਜਿਹੜੀ ਖੁਦਾ ਕਹਿੰਦਾ ਮੈਂ ਰਕਸ਼ਾ ਕਰਦਾ ਤੁਹਾਡੀ। ਖੁਦਾ ਕਹਿੰਦਾ ਆਪਣੇ ਆਪ ਨੂੰ ਪਰਮੇਸ਼ਰ ਦੇ ਬਲਵੰਤ ਹੱਥ ਥੱਲੇ ਨੀਵਿਆ ਕਰੋ ਤਾਂ ਕਿ ਉਹ ਵੇਲੇ ਸਿਰ ਤੁਹਾਨੂੰ ਉੱਚੀਆਂ ਕਰੇ। ਔਰ ਅਸੀਂ ਜਦੋਂ ਦੁਆ ਕਰਦੇ ਅਸੀਂ ਕਹਿੰਦੇ ਆ, ਖੁਦਾ ਜਿੱਦਾਂ ਮੁਰਗੀ ਆਪਣੇ ਖੰਭਾਂ ਹੇਠਾਂ ਆਪਣੇ ਬੱਚਿਆਂ ਨੂੰ ਸੰਭਾਲ ਕੇ ਰੱਖਦੀ ਆ, ਸਾਨੂੰ ਵੀ ਆਪਣੇ ਬਲੱਡ ਵਿੱਚ ਕਵਰ ਕਰਕੇ ਰੱਖ।
ਅਸੀਂ ਰਕਸ਼ਾ ਖੁਦਾ ਤੋਂ ਮੰਗਦੇ ਆ। ਜਿਨੇ ਬਲੀਵਰ ਆ, ਜਿਨੇ ਮਸੀਹੀ ਆ, ਜਿਨੇ ਕ੍ਰਿਸਚਨ ਆ, ਜਿਨੇ ਖੁਦਾ ਤੇ ਭਰੋਸਾ ਰੱਖਦੇ ਆ, ਉਹ ਸਿਰਫ ਔਰ ਸਿਰਫ ਆਪਣੀ ਜਿਹੜੀ ਮਦਦ ਆ ਆਪਣੇ ਉਸ ਯਹੋਵਾ ਤੇ ਰੱਖਦੇ ਆ। ਉਹ ਬਿਮਾਰੀ ਦੇ ਵਿੱਚ, ਤੰਗੀ ਵਿੱਚ, ਤਕਲੀਫ ਵਿੱਚ, ਕਿਸੇ ਵੀ ਭੈਜਨਾਂ ਦੇ ਵਿੱਚ ਉਹ ਕਹਿੰਦਾ ਮੈਂ ਤੁਹਾਡੇ ਨਾਲ ਆ। ਕਹਿੰਦਾ ਖੌਫ ਨਾ ਖਾ, ਨਾ ਘਬਰਾ, ਮੈਂ ਯਹੋਵਾ ਯਰੀ ਮੈਂ ਮੁਹੱਈਆ ਕਰੂੰਗਾ। ਔਰ ਖੁਦਾ ਕਹਿੰਦਾ ਮੈਂ ਦੁਨੀਆ ਦੇ ਅੰਤ ਤੱਕ ਤੁਹਾਡੇ ਨਾਲ ਆ। ਅੱਜ ਅਸੀਂ ਇਹ ਰਕਸ਼ਾ ਆਪਣੇ ਭਰਾਵਾਂ ਤੋਂ ਨਾ ਕਰਾਈਏ ਜਿਹਨੇ ਅਸੀਂ ਮਸੀਹ ਆ। ਔਰ ਮੇਰਾ ਟਾਈਮ ਥੋੜਾ ਜਿਹਾ ਲਾਗੇ ਹੋਈ ਜਾਂਦਾ। ਹੁਣ ਅਸੀਂ ਰਕਸ਼ਾ ਦੀ ਗੱਲ ਕੀਤੀ ਆ, ਹੁਣ ਥੋੜਾ ਚਿਰ ਬੰਧਨ ਦੇ ਬਾਰੇ ਵੀ ਸਿੱਖ ਲਈਏ, ਕਿਉਂਕਿ ਇਹ ਰਕਸ਼ਾ ਬੰਧਨ ਦੋ ਚੀਜ਼ਾਂ ਦੇ ਜੋੜ ਕੇ ਫਿਰ ਬਣਦਾ। ਅਸੀਂ ਜਿੱਦਾਂ ਹੁਣ ਰਕਸ਼ਾ ਦੇ ਬਾਰੇ ਚ ਸਿੱਖ ਲਿਆ ਔਰ ਥੋੜਾ ਬੰਧਨ ਦੇ ਬਾਰੇ ਚ ਵੀ ਸਿੱਖੀਏ। ਇਹਦੇ ਲਈ ਅਸੀਂ ਜਿਹੜੇ ਬੰਧਨ ਆ, ਬੰਧਨ ਦਾ ਮਤਲਬ ਬੰਨੇ ਹੋਣਾ, ਕਿਸੇ ਚੀਜ਼ ਨੂੰ ਬੰਨ ਦਿੰਦੇ ਆ, ਕਿਸੇ ਚੀਜ਼ ਦੇ ਅੰਡਰ ਆ, ਅਸੀਂ ਕਿਸੇ ਚੀਜ਼ ਦੇ ਗੁਲਾਮ ਆ। ਅਸੀਂ ਦੇਖਾਂਗੇ ਯਸ਼ਾਯਾ ਨਬੀ ਉਹਦਾ 58 ਨੰਬਰ ਅਧਿਆਏ ਔਰ ਉਹਦੀ 6 ਨੰਬਰ ਆਇਤ, 58 ਨੰਬਰ ਅਧਿਆਏ ਉਹਦੀ 6 ਨੰਬਰ ਆਇਤ। ਖੁਦਾ ਦਾ ਕਲਾਮ ਸਾਨੂੰ ਕਿਹਨਾਂ ਬੰਧਨਾਂ ਤੋਂ ਆਜ਼ਾਦ ਕਰਨਾ ਚਾਹੁੰਦਾ, ਕਿਹਨਾਂ ਬੰਧਨਾਂ 'ਚ ਬੰਨ ਨਹੀਂ ਦੇਣਾ ਚਾਹੁੰਦਾ। ਯਸ਼ਾਯਾ ਨਬੀ ਉਹਦਾ 58 ਨੰਬਰ ਅਧਿਆਏ ਉਹਦੀ 6 नंबर आयत। क्या वो रोजा जो मैं चाहता हूँ ये नहीं कि जुल्म की जंजीरें तोड़ें और जुबे के बंधन खोलें, मजलूमों को आजाद करें, बल्कि हर एक जुबे को तोड़ डाले। आमीन आमीन। खुदा ਅੱਜ ਸਾਨੂੰ ਕਹਿੰਦਾ ਕਿ ਜਿਹੜਾ ਬਰਤ ਮੈਂ ਚੁਣਿਆ ਉਹ ਇਹ ਨਹੀਂ, ਜਿਹੜਾ ਅੱਜ ਤੁਹਾਨੂੰ ਮੈਂ ਸਮਝਾਉਣਾ ਕਿ ਇਹ ਨਹੀਂ। ਤੁਸੀਂ ਕੀ ਕਰਦੇ? ਅੱਜ ਵੀ ਤੁਸੀਂ ਉਸ ਜੂਲੇ ਥੱਲੇ, ਜੇ ਅੱਜ ਵੀ ਉਦਣ ਵਾਲੀ ਅਸੀਂ ਆਜ਼ਾਦੀ ਵਾਲੀ ਕਹਾਣੀ ਸੁਣ ਕੇ ਜੇ ਅੱਜ ਵੀ ਜੂਲੇ ਦੇ ਥੱਲੇ ਆ ਨਾ, ਫਿਰ ਸਾਡਾ ਕੋਈ ਵੀ ਹੱਲ ਨਹੀਂ, ਕਿਉਂਕਿ ਖੁਦਾ ਸਾਨੂੰ ਆਜ਼ਾਦ ਕਰਾਉਣਾ ਚਾਹੁੰਦਾ। ਲਿਖਿਆ ਜਿਹੜਾ ਵਰਤ ਮੈਂ ਚੁਣਿਆ ਕਿ ਉਹ ਇਹ ਨਹੀਂ ਭਾਈ ਤੁਸੀਂ ਬਦੀ ਦੇ ਬੰਧਨਾਂ ਨੂੰ ਖੋਲੋ। ਅਸੀਂ ਬੰਨਣੇ ਪਏ ਉਹ ਕਹਿੰਦੇ ਜੀ ਬੰਨੋ, ਅਸੀਂ ਰਕਸ਼ਾ ਬੰਧਨ ਦੇ ਵਿੱਚ ਫਸਦੇ ਹਾਂ। ਖੁਦਾ ਸਾਨੂੰ ਖੋਲਣਾ ਚਾਹੁੰਦਾ, ਅਸੀਂ ਫੇਰ ਬੰਨਦੇ ਹਾਂ, ਉੱਥੇ ਫੇਰ ਬੰਨ ਹੁੰਦੇ ਅਸੀਂ ਆਪਣੇ ਆਪ ਨੂੰ ਜੰਜੀਰਾਂ ਦੇ ਵਿੱਚ ਬੰਨਦੇ ਹਾਂ, ਉਹ ਤਾਗੇ ਦੇ ਵਿੱਚ ਬੰਨਦੇ ਹਾਂ। ਉਹ ਕੋਈ ਡੋਰਾ ਬੰਨਦਾ, ਕੋਈ ਕੜੇ ਬੰਨਦਾ, ਕੋਈ ਉਹਦੇ ਉੱਤੇ ਜੰਜੀਰਾਂ ਬੰਨਦਾ, ਕੋਈ ਕਿਸੇ ਤਰੀਕੇ ਨਾਲ, ਕੋਈ ਕਿਸੇ ਤਰੀਕੇ ਨਾਲ, ਕੋਈ ਕਿਸੇ ਤਰੀਕੇ ਨਾਲ। ਖੁਦਾ ਕਹਿੰਦਾ ਮੈਂ ਤੁਹਾਨੂੰ ਆਜ਼ਾਦ ਕਰਨਾ ਚਾਹੁੰਦਾ, ਤੁਸੀਂ ਫੇਰ ਉਹਨਾਂ ਬੰਧਨਾਂ ਦੇ ਵਿੱਚ ਬੰਨੇ। ਪਰ ਤੁਹਾਨੂੰ ਚਾਹੀਦਾ ਕਿ ਤੁਸੀਂ ਬਦੀ ਦੇ ਬੰਧਨਾਂ ਨੂੰ ਖੋਲੋ। ਤੁਹਾਡੇ ਵਿੱਚ ਇਹ ਬੰਧਨ ਨਹੀਂ ਹੋਣਾ ਚਾਹੀਦਾ, ਕੋਈ ਵੀ ਬੰਧਨ ਨਹੀਂ ਹੋਣਾ ਚਾਹੀਦਾ। ਇੱਥੋਂ ਤੱਕ ਕੋਈ ਵੀ ਬਦੀ ਤੁਹਾਡੇ ਵਿੱਚ ਹੋਣੀ ਨਹੀਂ ਚਾਹੀਦੀ। ਬਦੀ ਦਾ ਬੰਧਨ ਹੋਣਾ ਨਹੀਂ ਚਾਹੀਦਾ, ਉਹਨੂੰ ਖੋਲ ਦਿਓ। ਜੋ ਕੁਛ ਸ਼ੈਤਾਨ ਨੇ ਤੁਹਾਡੇ ਉੱਤੇ ਬੰਨਿਆ ਆ, ਅੱਜ ਉਹਨੂੰ ਖੋਲੋ, ਨਾ ਕਿ ਬੰਨੋ। ਜੇ ਅੱਜ ਸਾਡੇ ਵਿੱਚ ਗਲਤੀਆਂ ਨੇ, ਸਾਡੇ 'ਚ ਗੁਨਾਹ ਨੇ, ਸਾਡੇ ਵਿੱਚ ਕਮੀਆਂ ਨੇ, ਸਾਡੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਗਲਤੀ ਆ, ਅੱਜ ਉਹਦੇ ਤੋਂ ਅਸੀਂ ਆਜ਼ਾਦ ਹੋਈਏ, ਨਾ ਕਿ ਅਸੀਂ ਉਸ ਜੂਲੇ ਹੇਠ ਦੁਬਾਰਾ ਫੇਰ ਜਾਈਏ। ਜਿਹਨੂੰ ਖੁਦਾ ਕਹਿੰਦਾ ਆਜ਼ਾਦੀ ਲਈ ਮਸੀਹ ਨੇ ਸਾਨੂੰ ਆਜ਼ਾਦ ਕੀਤਾ, ਇਸ ਲਈ ਦ੍ਰਿੜ ਰਹੋ ਅਤੇ ਗੁਲਾਮੀ ਦੇ ਜੂਲੇ ਹੇਠ ਮੁੜ ਕੇ ਨਾ ਜਾਓ। ਅੱਜ ਖੁਦਾ ਸਾਨੂੰ ਉਸ ਗੁਲਾਮੀ ਦੇ ਜੂਲੇ ਹੇਠੋਂ ਕੱਢਣਾ ਚਾਹੁੰਦਾ। ਉਹ ਕਹਿੰਦਾ ਤੁਸੀਂ ਬਦੀ ਦੇ ਬੰਧਨਾਂ ਨੂੰ ਖੋਲੋ ਅਤੇ ਜੂਲੇ ਦੇ ਬੰਧਨਾਂ ਨੂੰ ਤੋੜੋ। ਜਿੰਨੇ ਤੁਹਾਡੇ ਉੱਤੇ ਜੂਲੇ ਨੇ, ਬੰਧਨ ਨੇ, ਜਿੰਨੇ ਅਸੀਂ ਪੁਰਾਣੇ ਨੇਮ ਦੇ ਵਿੱਚ ਵੀ ਜਿੰਨੀਆਂ ਸਾਡੇ ਉੱਤੇ ਸ਼ਰੀਅਤਾਂ ਨੇ, ਉਹ ਸਾਰੀਆਂ ਅਸੀਂ ਉਹਨਾਂ ਦੇ ਵਿੱਚ, ਅਸੀਂ ਮੂਸਾ ਵਾਲੇ ਜ਼ਮਾਨੇ ਦੇ ਨਹੀਂ, ਅਸੀਂ ਪ੍ਰਭੂ ਯਿਸੂ ਮਸੀਹ ਦੇ ਜ਼ਮਾਨੇ ਦੇ ਹਾਂ। ਕਿਉਂਕਿ ਅੱਜ ਅਸੀਂ ਅੱਜ ਉਹ ਕਰਦੇ ਆ ਜੋ ਖੁਦਾਵੰਦ ਪ੍ਰਭੂ ਯਿਸੂ ਮਸੀਹ ਸਾਨੂੰ ਕਹਿੰਦਾ। ਅੱਜ ਅਸੀਂ ਉਹ ਸਿੱਖਦੇ ਆ ਜੋ ਪ੍ਰਭੂ ਯਿਸੂ ਮਸੀਹ ਸਾਨੂੰ ਸਿਖਾਉਂਦਾ। ਅੱਜ ਅਸੀਂ ਉਹ ਕਰੀਏ ਜੋ ਖੁਦਾਵੰਦ ਪ੍ਰਭੂ ਯਿਸੂ ਮਸੀਹ ਦੇ ਮੂੰਹ ਦੇ ਲਫ਼ਾਜ਼ ਨੇ। ਖੁਦਾ ਦਾ ਕਲਾਮ ਜੋ ਆ ਉਹ ਅਸੀਂ ਉਹ ਕਰੀਏ।
ਔਰ ਉਹ ਖੁਦਾ ਅੱਜ ਸਾਨੂੰ ਕਹਿੰਦਾ ਤੁਸੀਂ ਬਦੀ ਦੇ ਬੰਧਨਾਂ ਨੂੰ ਖੋਲੋ, ਜੂਲੇ ਦੇ ਬੰਧਨਾਂ ਨੂੰ ਤੋੜੋ, ਦਵੈਤ ਨੂੰ ਛਡਾਓ ਅਤੇ ਹਰ ਜੂਲੇ ਨੂੰ ਭੰਨ ਸਿੱਟੋ। ਇੱਥੇ ਅਸੀਂ ਫਿਰ ਪਹਿਲਾਂ ਰਕਸ਼ਾ ਦਾ, ਫਿਰ ਬੰਧਨ ਦੇ ਵਿੱਚ ਫਸਦੇ ਹਾਂ। ਅਸੀਂ ਬੰਧਨ ਦੇ ਵਿੱਚ ਨਾ ਫਸੀਏ, ਅਸੀਂ ਬੰਧਨ ਦੇ ਵਿੱਚ ਨਾ ਬੰਨ ਹੋਈਏ। ਜਿਹੜੇ ਚੀਜ਼ ਬੰਨ ਹੋ ਜਾਂਦੀ ਆ, ਮੰਨ ਲਓ ਅਸੀਂ ਤਰਸੇਮ ਸਾਹਿਬ ਨੇ ਆਪਣੇ ਘਰ ਮੁਰਗੇ ਰੱਖਿਓ, ਭਾਵੇਂ ਉਹਨਾਂ ਨੂੰ ਇਹਨਾਂ ਨੇ ਡੋਰੀਆਂ ਪਾ ਕੇ ਬੰਨ ਕੇ ਨਹੀਂ ਰੱਖਿਓ, ਰੱਸੀਆਂ ਪਾ ਕੇ ਬੰਨ ਕੇ ਨਹੀਂ ਰੱਖਿਓ, ਪਰ ਇਹ ਤਾੜਦੇ ਉਹਨੂੰ ਖੁੱਡੇ 'ਚ ਹੀ ਆ। ਉਹ ਆਪਣੀ ਮਰਜ਼ੀ ਨਾਲ ਖੁੱਡੇ 'ਚੋਂ ਨਹੀਂ ਉਹ ਨਿਕਲ ਸਕਦੇ, ਉੱਥੋਂ ਨਹੀਂ ਨਿਕਲ ਸਕਦੇ ਜਿੱਥੇ ਵੀ ਬਾੜ ਕੇ ਜਿੰਦਾ ਲਾਇਆ ਬਾਹਰੋਂ। ਉਹ ਇਹਨਾਂ ਦੀ ਮਰਜ਼ੀ ਨਾਲ। ਅਸੀਂ ਘਰ ਪਸ਼ੂ ਰੱਖਦੇ ਆ, ਭੇਡਾਂ ਬੱਕਰੀਆਂ ਜਾਂ ਗਾਈਆਂ ਜਾਂ ਮੱਝਾਂ ਰੱਖਦੇ ਆ, ਉਹਨਾਂ ਦੇ ਗਲ 'ਚ ਸੰਗਲ ਪਾਏ ਹੁੰਦੇ ਆ, ਅਸੀਂ ਉਹਨਾਂ ਨੂੰ ਇੱਕ ਖੁੰਡ ਨਾਲ ਬੰਨ ਕੇ ਰੱਖਦੇ ਆ। ਸਾਡੀ ਮਰਜ਼ੀ ਆ ਉਹਨੂੰ ਪਾਣੀ ਪਿਲਾਈਏ ਨਾ ਪਿਲਾਈਏ, ਸਾਡੀ ਮਰਜ਼ੀ ਉਹਨੂੰ ਪੱਠੇ ਪਾਈਏ ਨਾ ਪਾਈਏ, ਉਹਦੀ ਮਰਜ਼ੀ ਨਹੀਂ, ਕਿਉਂਕਿ ਉਹ ਗੁਲਾਮ ਆ। ਔਰ ਜਿਹੜੇ ਸ਼ੇਰ ਆ, ਜਿਹੜੇ ਜੰਗਲ 'ਚ ਰਹਿੰਦੇ ਆ ਔਰ ਉਹ ਆਜ਼ਾਦ ਹੁੰਦੇ ਆ, ਉਹਨਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ, ਜਿੱਥੇ ਮਰਜ਼ੀ ਘੁੰਮਦੇ, ਜੋ ਮਰਜ਼ੀ ਖਾਂਦੇ ਪੀਂਦੇ। ਸਾਨੂੰ ਵੀ ਖੁਦਾ ਨੇ ਆਜ਼ਾਦ ਇੱਛਾ ਦਿੱਤੀ ਆ, ਅਸੀਂ ਜਿੱਥੇ ਮਰਜ਼ੀ ਜਾਈਏ। ਪਰ ਖੁਦਾ, ਅਸੀਂ ਕੱਲ ਜਿੱਦਾਂ ਸਿਸਟਰ ਸਾਨੂੰ ਸਿਖਾਉਂਦੀ ਸੀ, ਪਰ ਅਸੀਂ ਕਰੀਏ ਜੋ ਮਰਜ਼ੀ, ਚਾਹੇ ਲੜਕ ਪੁਣੇ ਵਾਲੇ, ਚਾਹੇ ਜਵਾਨੀ ਵਾਲੇ, ਅਸੀਂ ਜਿਹੜਾ ਮਰਜ਼ੀ ਕੰਮ ਕਰੀਏ, ਪਰ ਉਹਦਾ ਹਿਸਾਬ ਹੋਣਾ ਇੱਕ ਦਿਨ। ਸਾਨੂੰ ਉਹਦਾ ਲੇਖਾ ਦੇਣਾ ਪੈਣਾ। ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ, ਕਿਸੇ ਨੇ ਤੇਰੀ ਜਾਤ ਪੁੱਛਣੀ। ਹੋਣੇ ਆ ਅਮਲਾਂ ਦੇ, ਹੋਣਾ ਉਹ ਕੁਛ ਆ ਜੋ ਕੁਛ ਅਸੀਂ ਕਰਦੇ ਆ, ਹਰ ਇੱਕ ਚੀਜ਼ ਦਾ ਸਾਤੋਂ ਹਿਸਾਬ ਲਿਆ ਜਾਣਾ, ਸਾਡੇ ਤੋਂ ਹਿਸਾਬ ਲਿਆ ਜਾਣਾ। ਇਸ ਕਰਕੇ ਖੁਦਾ ਸਾਨੂੰ ਉਹਨਾਂ ਡੰਗਰਾਂ ਵਾਂਗੂ, ਉਹਨਾਂ ਜਾਨਵਰਾਂ ਵਾਂਗੂ, ਉਹਨਾਂ ਲੋਕਾਂ, ਉਹਨਾਂ ਚੀਜ਼ਾਂ ਵਾਂਗੂ ਬੰਨ ਕੇ ਰੱਖਣਾ ਨਹੀਂ ਉਹ ਚਾਹੁੰਦਾ। ਸਾਨੂੰ ਆਜ਼ਾਦ ਇੱਛਾ ਦਿੱਤੀ ਹੈ, ਸਾਨੂੰ ਆਜ਼ਾਦ ਇੱਛਾ ਦਿੱਤੀ ਆ। ਔਰ ਸਾਨੂੰ ਕਹਿੰਦਾ ਇਹ ਜਿਹੜੇ ਬੰਨੇ ਹੋ ਆ, ਜਿਹੜੇ ਬੰਧਨ ਆ, ਇਹਨਾਂ ਨੂੰ ਤੋੜ ਦੋ, ਇਹਨਾਂ ਤੋਂ ਛੁਟਕਾਰਾ ਪਾਓ ਔਰ ਪ੍ਰਭੂ ਯਿਸੂ ਮਸੀਹ ਦੇ ਨਾਂ ਦੇ ਵਿੱਚ ਤੌਬਾ ਕਰੋ, ਬਪਤਿਸਮਾ ਲਵੋ, ਤਾਂ ਤੁਹਾਡੇ ਸਾਰੇ ਛੁਟਕਾਰੇ ਦੇ, ਤੁਹਾਡੇ ਬੰਧਨ, ਤੁਹਾਡੇ ਸਾਰੇ ਖਤਮ ਹੋ ਜਾਣਗੇ। ਔਰ ਅੱਜ ਅਸੀਂ ਕਿੱਥੇ ਖੜੇ ਆ? ਅੱਜ ਅਸੀਂ ਸਾਰੇ ਇਸ ਬੰਧਨ ਦੇ ਵਿੱਚ ਅੱਜ ਵੀ ਬੰਨੇ ਆ। ਔਰ ਜਿੰਨੇ ਲੋਕ ਮਸੀਹ ਦੇ ਵਿੱਚ ਨੇ, ਜੇ ਅੱਜ ਵੀ ਫੇਰ ਅਸੀਂ ਉਸ ਰਕਸ਼ਾ ਬੰਧਨ ਦੇ ਵਿੱਚ ਆ ਨਾ, ਫੇਰ ਮੇਰੇ ਭਾਈ ਭੈਣੋ, ਸੌਰੀ ਮੈਂ ਨਹੀਂ ਕੁਝ ਵੀ ਕਹਿ ਸਕਦਾ ਇਹਦੇ ਵਿੱਚ, ਕਿਉਂਕਿ ਖੁਦਾ ਦਾ ਕਲਾਮ ਕਹਿੰਦਾ ਤੁਸੀਂ ਬਦੀ ਦੇ ਬੰਧਨਾਂ ਨੂੰ ਤੋੜੋ। ਉਹ ਕਹਿੰਦਾ ਜਿਹੜੇ ਤੁਸੀਂ ਮੱਸਿਆ, ਜਿਹੜੇ ਤੁਹਾਡੇ ਪਰਬ ਆ, ਜਿਹੜੇ ਇਹ ਹੈ ਨਾ, ਤੁਹਾਨੂੰ ਹੁਣ ਸੂਗ ਆਉਂਦਾ, ਮੈਂ ਚੱਕਦਾ ਥੱਕ ਗਿਆ, ਬਸ ਕਰੋ, ਛੱਡ ਦਿਓ ਇਹਨਾਂ ਨੂੰ। ਜੇ ਤੁਸੀਂ ਸਿੱਖ ਲਿਆ, ਹੁਣ ਬਸ ਕਰੋ, ਹੁਣ ਇਹਦੇ ਤੇ ਰਹਿਮ ਕਰੋ। ਹੁਣ ਤੁਸੀਂ ਆਪਣੇ ਆਪ ਨੂੰ ਖੁਦਾਬੰਦ ਲਈ, ਆਪਣੇ ਉਹਦੇ ਜਲਾਲ ਲਈ ਇਸਤੇਮਾਲ ਕਰੋ। ਅੱਜ ਖੁਦਾ ਦੇ ਕਲਾਮ ਅਨੁਸਾਰ ਆਪਣੇ ਆਪ ਨੂੰ ਦੇਖੋ। ਔਰ ਖੁਦਾ ਕਹਿੰਦਾ ਆਪਣੇ ਆਪ ਨੂੰ ਪਰਖੋ। ਜਦੋਂ ਅਸੀਂ ਸ਼ਾਇਰਬਾਨੀ ਦੇਖਦੇ ਹਾਂ, ਉੱਥੇ ਲਿਖਿਆ ਖੁਦਾ ਦੇ ਕਲਾਮ ਨੇ ਸਾਫ਼-ਸਾਫ਼, ਆਪਣੇ ਆਪ ਨੂੰ ਜਾਂਚੋ ਤਾਂ ਕਿ ਤੁਸੀਂ ਜਾਂਚੇ ਨਾ ਜਾਓ, ਆਪਣੇ ਆਪ ਨੂੰ ਪਰਖੋ ਤਾਂ ਕਿ ਤੁਸੀਂ ਪਰਖੇ ਨਾ ਜਾਓ। ਅੱਜ ਆਪਣੇ ਆਪ ਨੂੰ ਦੇਖੀਏ ਕਿ ਅਸੀਂ ਕਿੱਥੇ ਖੜੇ ਆ, ਕਿ ਅੱਜ ਵੀ ਅਸੀਂ ਉਹਨਾਂ ਬੰਧਨਾਂ ਦੇ ਵਿੱਚ ਫਸੇ ਹਾਂ, ਅੱਜ ਵੀ ਅਸੀਂ ਉਹਨਾਂ ਬੰਧਨਾਂ ਦੇ ਵਿੱਚ ਹੀ ਚੱਲਦੇ ਹਾਂ, ਕਿ ਅਸੀਂ ਇਹਨਾਂ ਬੰਧਨਾਂ 'ਚ ਫਸੇ ਰਹੀਏ, ਜਿਨ੍ਹਾਂ ਦੇ ਵਿੱਚੋਂ ਗਲਾਤੀਆਂ 5:1 ਦੇ ਵਿੱਚ ਲਿਖਿਆ, ਆਜ਼ਾਦੀ ਲਈ ਮਸੀਹ ਨੇ ਸਾਨੂੰ ਆਜ਼ਾਦ ਕੀਤਾ, ਇਸ ਲਈ ਦ੍ਰਿੜ ਰਹੋ ਅਤੇ ਗੁਲਾਮੀ ਦੇ ਜੂਲੇ ਹੇਠ ਮੁੜ ਕੇ ਨਾ ਜੁੱਟੋ। ਜੇ ਅੱਜ ਖੁਦਾ ਨੇ ਸਾਨੂੰ ਆਜ਼ਾਦ ਕੀਤਾ, ਜੇ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਆਜ਼ਾਦ ਕੀਤਾ, ਹੁਣ ਅਸੀਂ ਦੁਬਾਰਾ ਉਸ ਗੁਲਾਮੀ ਦੇ ਵਿੱਚ ਨਾ ਜਾਈਏ, ਕਿਉਂਕਿ ਖੁਦਾ ਚਾਹੁੰਦਾ ਜਿੱਥੇ ਮੈਂ ਆ ਤੁਸੀਂ ਵੀ ਉੱਥੇ ਹੋਵੋਗੇ। ਔਰ ਖੁਦਾ ਪ੍ਰਭੂ ਯਿਸੂ ਮਸੀਹ ਇੱਕ ਸਾਡੇ ਨਾਲ ਵਾਅਦਾ ਕਰਕੇ ਗਿਆ, ਕਹਿੰਦਾ ਤੁਸੀਂ ਇਹਨਾਂ ਫਰਿਸ਼ਤਿਆਂ ਦਾ ਨਿਆਂ ਕਰੋਗੇ। ਸਾਨੂੰ ਸਾਰਿਆਂ ਨੂੰ, ਜਿਹੜੇ ਅਸੀਂ ਬਲੀਵਰ ਆ, ਸਾਨੂੰ ਖੁਦਾ ਨੇ ਕਿਹਾ ਤੁਸੀਂ ਫਰਿਸ਼ਤਿਆਂ ਦਾ ਨਿਆਂ ਕਰੋਗੇ। ਔਰ ਜਿਹੜੇ, ਇੱਕ ਮੈਂ ਜਾਂਦਾ ਇੱਕ ਗੱਲ ਹੋਰ ਦੱਸ ਦੇਵਾਂ, ਕਿ ਜਿਹੜੇ ਫਰਿਸ਼ਤੇ ਆ, ਉਹਨਾਂ ਲਈ ਅਸੀਂ ਸਾਡੀ ਕਮਾਂਡ ਫਰਿਸ਼ਤੇ ਨਹੀਂ ਕਰਦੇ, ਅਸੀਂ ਉਹਨਾਂ ਤੋਂ ਕਮਾਂਡ ਕਰਾਉਨੇ ਆ। ਪ੍ਰਭੂ ਯਿਸੂ ਮਸੀਹ ਸਾਨੂੰ ਕਹਿੰਦਾ ਇਹਨਾਂ ਫਰਿਸ਼ਤਿਆਂ ਨੂੰ ਤੁਸੀਂ ਆਰਡਰ ਕਰੋ, ਉਹ ਤੁਹਾਡੀ ਰੱਖਿਆ ਕਰਨਗੇ।
ਔਰ ਖੁਦਾ ਅੱਜ ਸਾਨੂੰ ਸਾਫ਼-ਸਾਫ਼ ਕਹਿੰਦਾ ਕਿ ਅਸੀਂ ਜੇ ਆਜ਼ਾਦ ਹੋ ਗਏ ਆ, ਜੇ ਅਸੀਂ ਆਜ਼ਾਦੀ ਪਾ ਲਈ ਆ ਇਹਨਾਂ ਬਦੀ ਦੇ ਬੰਧਨਾਂ ਤੋਂ, ਜੇ ਅਸੀਂ ਆਜ਼ਾਦੀ ਪਾ ਲਈ ਆ ਪਾਪ ਦੇ ਬੰਧਨਾਂ ਤੋਂ, ਜੇ ਅਸੀਂ ਆਜ਼ਾਦੀ ਸਾਨੂੰ ਖੁਦਾ ਨੇ ਆਜ਼ਾਦ ਕਰਤਾ, ਜੇ ਅਸੀਂ ਕਿ ਲਿਖਿਆ ਖੁਦਾ ਦੇ ਕਲਾਮ 'ਚ ਇਸ ਲਈ ਤੌਬਾ ਕਰੋ ਤੇ ਮੁੜੋ ਤਾਂ ਕਿ ਤੁਹਾਡੇ ਪਾਪ ਮਿਟਾਏ ਜਾਣ, ਪ੍ਰਭੂ ਦੇ ਹਜ਼ੂਰੋਂ ਸੁੱਖ ਦੇ ਦਿਨ ਆਉਣ। ਜੇ ਅੱਜ ਖੁਦਾ ਨੇ ਸਾਨੂੰ ਆਜ਼ਾਦੀ ਦੇ ਦਿੱਤੀ ਆ, ਜੇ ਅਸੀਂ ਆਜ਼ਾਦ ਹੋ ਗਏ ਆ, ਹੁਣ ਦੁਬਾਰਾ ਫੇਰ ਉਸ ਸ਼ਿਕੰਜੇ ਵਿੱਚ ਨਾ ਜਾਈਏ, ਆਪਣਾ ਗਲ ਫੇਰ ਉਸ ਜੂਲੇ ਦੇ ਵਿੱਚ ਨਾ ਫਸਾਈਏ, ਕਿਉਂਕਿ ਖੁਦਾ ਨਹੀਂ ਚਾਹੁੰਦਾ ਕਿ ਅਸੀਂ ਜਦੋਂ ਇੱਕ ਵਾਰੀ ਖੁਦਾ ਨੇ ਲਿਖਿਆ ਕਲਾਮ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਸਾਡੇ ਮੇਰੇ ਪਾਪਾਂ ਦੀ ਖਾਤਰ, ਤੁਹਾਡੇ ਪਾਪਾਂ ਦੀ ਖਾਤਰ ਸਲੀਬ ਦੇ ਉੱਤੇ ਜਾਨ ਦਿੱਤੀ ਹੈ। ਅਸੀਂ ਪਾਪ ਜਿੰਨੇ ਕੀਤੇ ਉਹਨਾਂ ਨੂੰ ਇੱਕ ਵਾਰੀ ਉਹਨੇ ਸਲੀਬ ਤੇ ਜਾ ਕੇ ਉਹਨੂੰ ਸਾਡੇ ਪਾਪਾਂ ਨੂੰ ਚੱਕ ਲਿਆ, ਔਰ ਅੱਜ ਅਸੀਂ ਜਦੋਂ ਦੁਬਾਰਾ ਫੇਰ ਉਹਨਾਂ ਪਾਪਾਂ ਦੇ ਵਿੱਚ, ਉਹਨਾਂ ਗਲਤੀਆਂ ਦੇ ਵਿੱਚ, ਉਹਨਾਂ ਗੁਨਾਹਾਂ ਦੇ ਵਿੱਚ, ਉਹਨਾਂ ਬੰਧਨਾਂ ਦੇ ਵਿੱਚ ਜਦੋਂ ਦੁਬਾਰਾ ਜਾਂਦੇ ਆ, ਅਸੀਂ ਫੇਰ ਪ੍ਰਭੂ ਯਿਸੂ ਮਸੀਹ ਨੂੰ ਸਲੀਬ ਦੇ ਉੱਤੇ ਚੜਾਉਂਦੇ ਆ। ਮੇਰੇ ਅਜੀਜ਼ੋ, ਖੁਦਾ ਅੱਜ ਸਾਨੂੰ ਸਾਫ਼ ਇਹ ਕਹਿੰਦਾ ਕਿ ਜੇ ਅਸੀਂ ਆਜ਼ਾਦੀ ਲਈ ਮਸੀਹ ਨੇ ਸਾਨੂੰ ਆਜ਼ਾਦ ਕੀਤਾ ਤਾਂ ਹੁਣ ਅਸੀਂ ਇਸ ਲਈ ਦ੍ਰਿੜ ਰਹੀਏ ਤੇ ਗੁਲਾਮੀ ਦੇ ਜੂਲੇ ਹੇਠ ਨਾ ਜਾਈਏ, ਜੇ ਐਵੇਂ ਬੰਧਨਾਂ 'ਚ ਨਾ ਫਸੀਏ, ਜਿਹੜੇ ਬੰਧਨਾਂ ਨੂੰ ਖੁਦਾ ਤੋੜਨਾ ਚਾਹੁੰਦਾ, ਜਿਹੜੇ ਅੱਜ ਵੀ ਉਹਨਾਂ ਬੰਧਨਾਂ 'ਚ ਫਸੇ ਆ, ਅੱਜ ਉਹਨਾਂ ਸਾਰਿਆਂ ਨੂੰ ਖੁਦਾ ਸਾਫ਼ ਕਹਿੰਦਾ ਕਿ ਤੁਸੀਂ ਜੇ ਇਸ ਬਦੀ ਦੇ ਬੰਧਨ ਨੂੰ ਔਰ ਇਹਨਾਂ ਸਾਰੇ ਜੂਲਿਆਂ ਨੂੰ ਤੋੜੋ, ਜਿਹੜਾ ਉਸ ਸ਼ੈਤਾਨ ਤੋਂ ਬਚ ਕੇ ਰਹੋ, ਉਹਦੇ ਛਲ ਛਦਰਾਂ ਤੋਂ ਬਚ ਕੇ ਰਹੋ, ਜਿਹੜਾ ਸਹਿਜ ਨਾਲ ਆਰਾਮ ਨਾਲ ਤੁਹਾਨੂੰ ਆਪਣੇ ਸ਼ਿਕੰਜੇ 'ਚ ਫਸਾ ਲੈਂਦਾ। ਇਸ ਕਰਕੇ ਮੇਰੇ ਅਜ਼ੀਜ਼ੋ, ਖੁਦਾ ਅੱਜ ਸਾਨੂੰ ਬਚਾਉਣਾ ਚਾਹੁੰਦਾ, ਖੁਦਾ ਅੱਜ ਸਾਨੂੰ ਹਰ ਇੱਕ ਉਸ ਕੰਮ ਤੋਂ ਬਚਾਉਣਾ ਚਾਹੁੰਦਾ। ਖੁਦਾ ਚਾਹੁੰਦਾ ਕਿ ਅਸੀਂ ਖੁਦਾ ਦੀ ਕਲਾਮ ਅਨੁਸਾਰ ਆਪਣੀ ਜ਼ਿੰਦਗੀ ਨੂੰ ਬਤੀਤ ਕਰੀਏ, ਅਸੀਂ ਆਪਣੇ ਆਪ ਨੂੰ ਖੁਦਾ ਦੇ ਕਲਾਮ ਅਨੁਸਾਰ ਚਲਾਈਏ, ਅਸੀਂ ਖੁਦਾ ਦੇ ਕਲਾਮ ਦੇ ਉੱਤੇ ਚਿੱਤ ਲਾਈਏ, ਔਰ ਖੁਦਾ ਸਾਨੂੰ ਆਸ਼ੀਸ਼ਾਂ ਬਰਕਤਾਂ ਦੇਵੇ। ਇਹ ਨਾ ਹੋਵੇ ਕਿ ਅਸੀਂ ਦੁਬਾਰਾ ਫੇਰ ਉਹਨਾਂ ਕੰਮਾਂ ਦੇ ਵਿੱਚ ਪੈ ਜਾਈਏ ਜਿਨ੍ਹਾਂ ਤੋਂ ਸਾਨੂੰ ਖੁਦਾ ਨੇ ਆਜ਼ਾਦ ਕੀਤਾ ਆ, ਕਿ ਅਸੀਂ ਫੇਰ ਉਹਨਾਂ ਬੰਧਨਾਂ 'ਚ ਫਸ ਜਾਈਏ, ਕਿ ਅਸੀਂ ਫੇਰ ਰਕਸ਼ਾ ਵੀ ਕਿਸੇ ਤੋਂ ਕਰਾਈਏ, ਬੰਧਨ ਦੇ ਵਿੱਚ ਫਸ ਜਾਈਏ, ਫਿਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਜਿੱਦਾਂ ਸ਼ਲੋਕ ਕਹਿੰਦਾ ਹੁੰਦਾ ਫਿਰ ਉਹ ਕੰਮਾਂ 'ਚ ਪਈਏ। ਫਿਰ ਉਹ ਮੈਂ ਨਹੀਂ ਚਾਹੁੰਦਾ ਕਿ ਦੁਬਾਰਾ ਫੇਰ ਅਸੀਂ ਗਲਤੀਆਂ ਕਰੀਏ, ਅਸੀਂ ਫੇਰ ਖੁਦਾ ਸਾਡੇ ਲਈ ਤਿਆਰ ਰਵੇ। ਤੁਸੀਂ ਜਾਣਦੇ ਆ ਕਿਸ ਕੰਮ ਲਈ, ਇਸ ਲਈ ਖੁਦਾ ਨੇ ਸਾਨੂੰ ਆਜ਼ਾਦ ਕੀਤਾ, ਅਸੀਂ ਆਜ਼ਾਦ ਰਹੀਏ, ਅਸੀਂ ਕਿਸੇ ਬੰਧਨ 'ਚ ਨਾ ਫਸੀਏ, ਕਿਉਂਕਿ ਰਕਸ਼ਾ ਸਿਰਫ ਭਰਾ ਨਹੀਂ ਕਰ ਸਕਦਾ, ਰਕਸ਼ਾ ਪੇ ਨਹੀਂ ਕਰ ਸਕਦਾ, ਰਕਸ਼ਾ ਆਪਣਾ ਚਾਚਾ ਤਾਇਆ ਨਹੀਂ ਕਰ ਸਕਦਾ, ਰਕਸ਼ਾ ਕੋਈ ਦੂਸਰਾ ਨਹੀਂ ਕਰ ਸਕਦਾ ਜਦ ਤੱਕ ਖੁਦਾ ਸਾਡੇ ਨਾਲ ਨਹੀਂ। ਔਰ ਖੁਦਾ ਕਹਿੰਦਾ ਜੇ ਯਹੋਵਾ ਹੀ ਸ਼ਹਿਰ ਦੀ ਰਾਖੀ ਨਾ ਕਰੇ ਤੇ ਰਾਖੇ ਦਾ ਜਾਗਣਾ ਵਿਅਰਥ ਆ। ਸੋ ਮੇਰੇ ਭੈਣੋ ਭਰਾਵੋ, ਖੁਦਾ ਤੁਹਾਨੂੰ ਵੱਡੀ ਆਸ਼ੀਸ਼ ਤੇ ਬਰਕਤ ਦੇਵੇ। ਇਸ ਰਕਸ਼ਾ ਬੰਧਨ ਦੇ ਵਿੱਚ ਅਸੀਂ ਰਕਸ਼ਾ ਖੁਦਾ ਤੋਂ ਕਰਾਈਏ, ਬੰਧਨ ਦੇ ਵਿੱਚ ਨਾ ਫਸੀਏ, ਔਰ ਖੁਦਾ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ ਕਿ ਜੇ ਖੁਦਾ ਨੇ ਸਾਨੂੰ ਗਲਾਤੀਆਂ 5:1 ਦੇ ਵਿੱਚ ਕਿਹਾ ਵੀ ਆਜ਼ਾਦੀ ਲਈ ਖੁਦਾ ਨੇ ਤੁਹਾਨੂੰ ਜੇ ਆਜ਼ਾਦ ਕੀਤਾ, ਹੁਣ ਦੁਬਾਰਾ ਉਸ ਜੂਲੇ ਥੱਲੇ ਨਾ ਜਾਈਏ। ਤੁਹਾਨੂੰ ਔਰ ਮੈਨੂੰ ਖੁਦਾ ਵੱਡੀ ਆਸ਼ੀਸ਼ ਤੇ ਬਰਕਤ ਦੇਵੇ। ਸਾਰਿਆਂ ਨੂੰ ਜੈ ਮਸੀਹ। ਜੈ ਮਸੀਹ ਦੀ। ਹਾਲੇਲੂਇਆ, ਪ੍ਰੇਜ਼ ਗॉड। ਪ੍ਰੇਜ਼ ਦ ਲਾਰਡ। ਪਾਦੀ ਸਾਹਿਬ ਖੁਦਾਵੰਦ ਆਪਕੋ ਬੜੀ ਬਰਕਤ ਦੇ। ਸੋ ਵੰਡਰਫੁਲ।